ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ, ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓਂਕਾਰ ਸਤਿਗੁਰੂ ਕੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਗੋਰਖ ਸ਼ਰਵਨ ਸੁਨੇ ਜਬ ਬੈਨ, ਲਖੀ ਮਨ ਮੈਂ ਇਹ ਮਾਨਤ ਨਾਹੀ। ਲਾਏ ਅਬੈ ਸ਼ਕਤੀ ਪਰਖੋਂ, ਮੁਖ ਬੋਲਤ ਹੈ ਕਿਦੋਂ ਸਾਚੋ ਭੀ ਆਹੀ। ਗੋਰਖ ਸ਼ਰਵਨ ਸੁਨੇ ਜਬ ਬੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈ ਰਹੇ ਹੋ। ਸੰਧਿਆ ਦੇ ਸਮੇਂ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ 'ਤੇ ਚਲੇ ਗਏ ਅਤੇ ਉੱਥੇ ਸਿੱਧਾਂ ਨਾਲ ਮਹਾਰਾਜ ਜੀ ਦੀ ਗੋਸ਼ਟ ਹੋਈ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਅਤੇ ਵੀ ਸਿੱਧਾਂ ਨੇ ਪੁੱਛਿਆ ਵੀ ਮਾਤ ਲੋਕ ਵਿੱਚ ਕੀ ਵਰਤਾਰਾ ਹੈ, ਅਤੇ ਸਾਰੇ ਸਿੱਧਾਂ ਨੇ ਬੁੱਝਿਆ ਸਮਝਿਆ ਵੀ ਕਲਯੁੱਗ ਦੇ ਵਿੱਚ ਤਾਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ ਹੈ। ਜਿਵੇਂ ਗੁਰੂ ਮਹਾਰਾਜ ਦੇ ਨਾਲ ਗੋਰਖਨਾਥ ਹੋਣਾ ਦੀ ਭੇਟ ਹੋਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਸੁਮੇਰ ਪਰਬਤ 'ਤੇ ਜਿਵੇਂ ਕਲਾ ਵਰਤਾਈ, ਇਹ ਸਾਰੇ ਸਿੱਧਾਂ ਨੂੰ ਜਿਹੜਾ ਨਿਵਾਇਆ। ਜੋ ਸਿੱਧ ਬੜੇ ਮਾਨੀ ਹੰਕਾਰੀ ਸਨ, ਸਭ ਤੋਂ ਪਹਿਲਾਂ ਜਿਹੜਾ ਗੋਰਖਨਾਥ ਉਹ ਮਹਾਰਾਜ ਜੀ ਦੇ ਪਾਸ ਆਇਆ ਹੈ। ਗੁਰੂ ਮਹਾਰਾਜ ਜੀ ਨੂੰ ਕਹਿੰਦਾ, ਤੁਹਾਡਾ ਨਾਮ ਕੀ ਹੈ, ਤੁਹਾਡੀ ਜਿਹੜੀ ਕਿ ਤੁਸੀਂ ਕਿਹੜੇ ਵਰਨ ਵਿੱਚੋਂ, ਕਿਹੜੇ ਤੁਹਾਡਾ ਭੇਖ ਕਿਹੜਾ ਹੈ। ਅਤੇ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵੀ ਸਾਡਾ ਭੇਖ ਜੋ ਨਿਰੰਕਾਰ ਨੇ ਦਿੱਤਾ ਉਹੀ ਹੈ, ਅਤੇ ਨਾਨਕ ਸਾਡਾ ਨਾਮ ਹੈ। ਅਤੇ ਇਹ ਆਪਣੇ ਗਿਆਨ ਦੀਆਂ ਸਿੱਧੀਆਂ ਨੂੰ ਵਿਖਾਉਂਦਾ ਹੋਇਆ ਵੀ ਤੁਸੀਂ ਸਾਡਾ ਪੰਥ ਗ੍ਰਹਿਣ ਕਰੋ, ਨਹੀਂ ਤਾਂ ਫਿਰ ਜਿਹੜਾ ਹੈ ਪਿੱਛੇ ਮੁੜ ਜਾਓ।
ਕਿਉਂਕਿ ਆਪ ਜੀ ਨੇ ਮਲ ਮੂਤਰ ਦੀ ਜਿਹੜੀ ਦੇਹੀ ਹੈ ਉਹ ਪਵਿੱਤਰ ਨਹੀਂ ਕੀਤੀ, ਭਾਵ ਨੇਤੀ ਧੋਤੀ ਆਦਿ ਕਦੀ ਕਿਰਿਆ ਨਹੀਂ ਕੀਤੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨਾਲ ਜਿਹੜੀ ਗੋਰਖਨਾਥ ਦੀ ਚਰਚਾ ਹੋ ਰਹੀ ਹੈ। ਕੱਲ੍ਹ ਆਪਾਂ ਪ੍ਰਸੰਗ ਸਰਵਣ ਕਰ ਰਹੇ ਸਾਂ, ਸਮਾਂ ਪੂਰੇ ਹੋਣੇ ਕਰਕੇ ਆਪਾਂ ਸਮਾਪਤੀ ਕਰ ਦਿੱਤੀ ਸੀ। ਅੱਜ ਜਿਵੇਂ ਗੋਰਖਨਾਥ, ਮਛਿੰਦਰਨਾਥ, ਲੋਹਾਰੀ ਪਾਦਕ ਸਿੱਧਾਂ ਨਾਲ ਮਹਾਰਾਜ ਜੀ ਦੇ ਬਚਨ ਵਿਲਾਸ ਹੋਏ, ਉਹ ਪ੍ਰਸੰਗ ਵਿਸਥਾਰ ਨਾਲ ਜਿਹੜਾ ਆ ਰਿਹਾ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਮਹਾਰਾਜ ਜੀ ਦੀ ਕਥਾ ਜਿਹੜੀ ਹੈ ਉਸ ਨੂੰ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਗੋਰਖ ਸਰਾਣ ਸੁਨੇ ਜਬ ਬੈਨ। ਜਦੋਂ ਗੋਰਖਨਾਥ ਮਹਾਰਾਜ ਜੀ ਨੂੰ ਕਹਿੰਦਾ ਵੀ ਤੁਸੀਂ ਸਾਡੇ ਪੰਥ ਵਿੱਚ ਆ ਜਾਓਗੇ, ਰਿੱਧੀਆਂ ਸਿੱਧੀਆਂ ਦੇ ਮਾਲਕ ਹੋ ਜਾਓਗੇ ਅਤੇ ਤੁਹਾਡਾ ਜਗਤ ਵਿੱਚ ਪੂਜਨ ਹੋਏਗਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਰਿੱਧੀਆਂ ਸਿੱਧੀਆਂ ਦੀ ਸਾਡੀਆਂ ਪਹਿਲਾਂ ਹੀ ਦਾਸੀਆਂ ਹੋਈਆਂ, ਸਰੀਰ ਦੀ ਹੰਗਤਾ ਸਾਨੇ ਛੱਡੀ ਹੋਈ ਹੈ। ਜਿਹੜਾ ਵਾਹਿਗੁਰੂ ਦਾ ਨਾਮ, ਇਹ ਜਿਹੜਾ ਕਲਪ ਵ੍ਰਿਕਸ਼ ਹੈ ਸਾਡੇ ਪਾਸ, ਜਿਹੜੀ ਕੋਈ ਮਨੁੱਖਾਂ ਕੋਲੋਂ ਹੁਣ ਪੂਜਾ ਕਰਾਉਣੀ ਹੈ, ਵੱਡਾ ਹੀ ਰੋਗ ਸਮਝ ਕੇ ਇਹ ਵਾਸਨਾ ਨਾਸ ਕੀਤੀ ਹੋਈ ਹੈ। ਸਭ ਤਰ੍ਹਾਂ ਨਾਲ ਅਸੀਂ ਰੱਜੇ ਪੁੱਜੇ ਹਾਂ ਕਿ ਇਹ ਵੀ ਚੀਜ਼ ਦੀ ਸਾਨੂੰ ਚਾਹਨਾ ਨਹੀਂ ਹੈ। ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਗੋਰਖਨਾਥ ਨੇ ਜਦੋਂ ਆਪਣੇ ਕੰਨਾਂ ਵਿੱਚ ਸੁਣੇ ਬਚਨ, ਲਖੀ ਮਨ ਮੈਂ ਇਹ ਮਾਨਤ ਨਾਹੀਂ। ਮਨ ਵਿੱਚ ਜਾਣਿਆ ਵੀ ਇਹ ਮੇਰੀ ਕੋਈ ਵੀ ਗੱਲ ਮੰਨਦੇ ਨਹੀਂ ਹਨ। ਲਾਏ ਅਬੈ ਸ਼ਕਤੀ ਪਰਖਾਂ। ਕਹਿੰਦਾ ਵੀ ਹੁਣ ਮੈਂ ਕੋਈ ਗੱਲਬਾਤ ਨਹੀਂ ਕਰਾਂਗਾ, ਆਪਣੀ ਸ਼ਕਤੀ ਲਾ ਕੇ, ਸ਼ਕਤੀ ਦਿਖਾ ਕੇ ਪਰਖਾਂਗਾ ਇਹਨਾਂ ਨੂੰ। ਮੁਖ ਬੋਲਤ ਹੈ ਕਿਦੋਂ ਸਾਚੋ ਭੀ ਆਹੀ। ਇਹ ਮੁੱਖੋਂ ਹੀ ਬੋਲਦੇ ਅਥਵਾ ਜਾਂ ਸੱਚ ਬੋਲਦੇ ਹੈ, ਜਾਂ ਕਿ ਮੁੱਖੋਂ ਹੀ ਇਕੱਲਾ ਕਹਿੰਦੇ ਸੱਚ ਵੀ ਹੈਗਾ ਕਿ ਝੂਠ ਕਹਿੰਦੇ ਹੈ। ਜਾਸ ਸਿਲਾ ਪਰ ਬੈਸੇ ਗੁਰੂ। ਉਸ ਵੇਲੇ ਜਿਸ ਪੱਥਰ ਦੀ ਸਿਲਾ ਪਰ ਮਹਾਰਾਜ ਬੈਠੇ ਹੋਏ ਸਨ, ਬਲਕੀਨ ਉਡਾਵਨ ਕੋ ਬਹੁਤਾਹੀ। ਇਹਨੇ ਬੜਾ ਬਲ ਜਿਹਾ ਕੀਤਾ, ਆਪਣੀ ਸ਼ਕਤੀ ਸਿੱਧੀ ਜੀ ਲਾ ਕੇ ਤੇ ਉਸ ਪੱਥਰ ਦੀ ਸਿਲਾ ਨੂੰ ਉਡਾਉਣ ਲਈ ਜ਼ੋਰ ਲਾਉਣਾ ਕੀਤਾ। ਨੈਕ ਹਲੀ ਨਹ ਅੰਗਦ ਲਾਤ ਸੀ। ਉਹ ਜਿਹੜੀ ਪੱਥਰ ਦੀ ਸਿਲਾ ਥੋੜਾ ਮਾਤਰ ਵੀ ਹਿੱਲੀ ਨਹੀਂ ਹੈ, ਜਿਵੇਂ ਰਾਵਣ ਦੀ ਸਭਾ ਵਿੱਚ ਅੰਗਦ ਦੀ ਲੱਤ ਨਹੀਂ ਸੀ ਹਿੱਲੀ। ਜਾਣਿਓ ਪ੍ਰਤਾਪ ਸਹੀ ਮਨ ਮਾਹੀ। ਉਦੋਂ ਮਨ ਵਿੱਚ ਇਹਨੇ ਨਿਸ਼ਚੈ ਕਰਕੇ ਜਾਣ ਲਿਆ ਵੀ ਇਹ ਤੇਜ ਪ੍ਰਤਾਪ ਵਾਲੇ ਹੈ, ਬੇਅੰਤ ਬੇਅੰਤ ਸ਼ਕਤੀ ਵਾਲੇ ਹੈ। ਇਹ ਕਵੀ ਜੀ ਨੇ ਇੱਥੇ ਪ੍ਰਮਾਣ ਦਿੱਤਾ ਹੈ। ਅੰਗਦ ਲਾਤ ਜੋ ਬਾਲੀ ਦਾ ਪੁੱਤਰ ਸੀ ਅਤੇ ਸੁਗਰੀਵ ਦਾ ਭਤੀਜਾ ਸੀ, ਜਦੋਂ ਸ਼੍ਰੀ ਰਾਮ ਚੰਦਰ ਭਗਵਾਨ ਜੀ ਸੀਤਾ ਮਾਤਾ ਨੂੰ ਲੈਣ ਵਾਸਤੇ ਲੰਕਾ ਵਿੱਚ ਗਏ ਅਤੇ ਉੱਥੇ ਪੁਲ ਬੰਨ੍ਹ ਕੇ ਫਿਰ ਜਦੋਂ ਅੰਗਦ ਉਹ ਸਭਾ ਵਿੱਚ ਗਿਆ ਹੈ ਰਾਵਣ ਦੀ ਸਮਝਾਉਣ ਬੁਝਾਉਣ ਵਾਸਤੇ, ਅਤੇ ਕਿਹਾ ਰਾਵਣ ਨੂੰ ਵੀ ਵੇਖ ਤੂੰ ਸੀਤਾ ਮਾਤਾ ਨੂੰ ਪ੍ਰੇਮ ਨਾਲ ਹੀ ਵਾਪਸ ਕਰ ਦੇ, ਨਹੀਂ ਤੇ ਤੇਰਾ ਬਹੁਤ ਨੁਕਸਾਨ ਹੋ ਜਾਏਗਾ। ਅਤੇ ਉਸ ਵੇਲੇ ਰਾਵਣ ਬੋਲਿਆ, ਓਏ ਮੇਰੇ ਤੇ ਬਸੰਤਰ ਮੇਰੇ ਕੱਪੜੇ ਧੋਂਦੀ ਹੈ, ਕਾਲ ਮੈਂ ਪਾਵੇ ਨਾ ਬੰਨਿਆ ਹੋਇਆ, ਰਸੋਈਦਾਰ ਹੈ ਇੰਦਰ ਵਰਗੇ ਮੇਰੇ, ਫਿਰ ਆਵੇ ਮੇਰੇ ਮੇਘਨਾਥ ਹੋਣੀ, ਕੁੰਭਕਰਨ ਹੋਣੀ, ਕਿਹੜਾ ਮੈਨੂੰ ਜਿਹੜਾ ਹੈ ਹਰਾ ਸਕਦਾ ਹੈ, ਚਲਿਆ ਜਾ ਤੂੰ ਇੱਥੋਂ। ਅਤੇ ਇਹ ਮੇਰੇ ਸੂਰਮੇ। ਅੰਗਦ ਕਹਿਣ ਲੱਗਾ ਵੀ ਇਹ ਜਿਹੜੇ ਤੇਰੇ ਸੂਰਮੇ ਹੈ, ਮੈਂ ਵੇਖਦਾ ਤੇਰੇ ਕਿੱਡੇ ਕੁ ਸੂਰਮੇ। ਉਸ ਵੇਲੇ ਸਭਾ ਵਿੱਚ ਆਪਣੀ ਲੱਤ ਜਿਹੜੀ ਹੈ ਅੰਗਦ ਨੇ ਰੱਖ ਕੇ
ਤੇ ਉਹ ਗਰਮਾ ਸਿੱਧੀ ਨਾਲ ਲੱਖ ਮਣ ਬੋਝ ਭਾਰ ਕਰ ਲਿਆ ਲੱਤ ਦਾ, ਤੇ ਕਿਹਾ ਵੀ ਆ ਤੇਰੇ ਰਾਮਚੰਦਰ ਨਾਲ ਤੇ ਕੀ ਲੜਨਾ ਤੇਰੇ ਸੂਰਮਿਆਂ ਨੇ, ਆ ਮੇਰੀ ਕੋਈ ਲਾਤੀ ਚੁੱਕ ਕੇ ਦਿਖਾ ਦੇ। ਉਸ ਵੇਲੇ ਵਾਰੀ ਵਾਰੀ ਸਾਰੇ ਆਏ, ਕਿਸੇ ਕੋ ਅੰਗਦ ਦੀ ਲੱਤ ਨਾ ਚੁੱਕੀ ਗਈ। ਹੁਣ ਰਾਵਣ ਬੜਾ ਬਲੀ ਸੀ, ਰਾਵਣ ਨੇ ਲੱਤ ਚੁੱਕ ਦੇਣੀ ਸੀ। ਜਦੋਂ ਰਾਵਣ ਆ ਕੇ ਉਹ ਲੱਤ ਜੀ ਫੜਨ ਲੱਗਾ, ਅੰਗਦ ਨੇ ਛਾਲ ਦੇ ਨਾਲ ਕਿਹਾ ਵੀ ਮੇਰੇ ਪੈਰੀ ਕਾਹਨੂੰ ਪੈਣਾ, ਜਾ ਕੇ ਰਾਮਚੰਦਰ ਦੇ ਪੈ ਜਾ, ਤੈਨੂੰ ਮਾਫ਼ ਕਰ ਦੇਣਗੇ। ਉਸ ਵੇਲੇ ਇੱਕਦਮ ਹੀ ਰਾਵਣ ਜਿਹੜਾ ਪਿੱਛੇ ਹਟ ਗਿਆ, ਤੇ ਅੰਗਦ ਦੀ ਲੱਤ ਨੂੰ ਕੋਈ ਸਭਾ ਵਿੱਚ ਹਿਲਾ ਨਹੀਂ ਸੀ ਸਕਿਆ। ਕਵੀ ਜੀ ਨੂੰ ਪ੍ਰਮਾਣ ਦਿੱਤਾ ਵੀ ਜਿਵੇਂ ਅੰਗਦ ਦੀ ਲੱਤ ਰਾਵਣ ਦੀ ਸਭਾ ਵਿੱਚ ਹਿੱਲੀ ਨਹੀਂ ਸੀ, ਇਸੇ ਤਰ੍ਹਾਂ ਜਿਸ ਪੱਥਰ ਦੀ ਸਿਲਾ ਪਰ ਮਾਰੇ ਬੈਠੇ ਹੋਏ ਬਿਰਾਜਮਾਨ ਥੋੜ੍ਹਾ ਮਾਤਰ ਵੀ ਹਿੱਲੀ ਨਹੀਂ। ਸਹੀ ਨਿਸ਼ਚੇ ਕਰਕੇ ਨੇ ਮਨ ਵਿੱਚ ਜਾਣ ਲਿਆ ਵੀ ਗੁਰੂ ਨਾਨਕ ਸਾਹਿਬ ਜੀ ਤੇ ਬਹੁਤ ਤੇਜ ਪ੍ਰਤਾਪ ਵਾਲੇ ਹਨ। ਸਵਈਆ ਯੋਂ ਕਰ ਗੋਰਖ ਲੋਪ ਭਇਓ, ਇਉਂ ਕਰਕੇ ਗੋਰਖਨਾਥ ਤੇ ਸ਼ਰਮਿੰਦਾ ਜਿਹਾ ਹੋਇਆ, ਲੋਪ ਹੋ ਗਿਆ। ਔਰ ਬੀਚ ਵਿਚਾਰਤ ਜਾਵਤ ਸੋਈ, ਗੁਪਤ ਰੂਪ ਵਿੱਚ ਹੀ ਚਲਿਆ ਜਾਂਦਾ ਹੈ ਤੇ ਜਾਂਦਾ ਜਾਂਦਾ ਹਿਰਦੇ ਵਿੱਚ ਵਿਚਾਰਦਾ ਹੈ। ਹੋਏ ਵੱਡੋ ਪਰਤਾਪ ਸੰਸਾਰ ਹੈ, ਇਸ ਸੰਸਾਰ ਵਿੱਚ ਤੇ ਸਾਡਾ ਬਹੁਤ ਤੇਜ ਪ੍ਰਤਾਪ ਵੱਡਾ ਹੋਏਗਾ। ਜੋ ਹਮਾਰੋ ਸੇਹ ਸੇਵਕ ਹੋਈ, ਜੇਕਰ ਇਹ ਗੁਰੂ ਨਾਨਕ ਸਾਹਿਬ ਸਾਡਾ ਜਿਹੜਾ ਹੈ ਸੇਵਕ ਹੋ ਜਾਏ, ਸਾਡਾ ਸਿੱਖ ਸੇਵਕ ਬਣ ਜਾਏ, ਤੇ ਉਹ ਭਾਈ ਗੁਰਦਾਸ ਜੀ ਵੀ ਲਿਖਦੇ, ਸਿੱਧੀ ਮਨੈ ਵਿਚਾਰਿਆ ਕਿਵ ਦਰਸ਼ਨ ਹਿਲੇਵੈ ਬਾਲਾ, ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ। ਗੋਰਖਨਾਥ ਉਹ ਗਿੱਟੀਆਂ 'ਚ ਗਿਣਦਾ ਜਾਂਦਾ ਵੀ ਬਹੁਤ ਤੇਜ ਪ੍ਰਤਾਪ ਵੱਡਾ ਸਾਡਾ ਹੋਏਗਾ ਜੇਕਰ ਇਹ ਸਾਡਾ ਸੇਵਕ ਹੋ ਜਾਏ। ਪੰਥ ਪ੍ਰਕਾਸ਼ ਵਿਸ਼ਾਲ ਕਰੈ ਮਮ, ਸਾਡਾ ਮੇਰਾ ਜਿਹੜਾ ਜੋਗ ਮਤ ਦਾ ਪੰਥ ਹੈ ਤੇ ਉਹ ਬਹੁਤ ਹੀ ਜ਼ਿਆਦਾ ਇਹ ਪ੍ਰਕਾਸ਼ ਕਰੇਗਾ, ਪ੍ਰਗਟ ਕਰੇਗਾ। ਯਾ ਸਮ ਔਰ ਨਾ ਦੀਸਤ ਕੋਈ, ਇਸ ਦੇ ਸਮਾਨ ਕੋਈ ਵੀ ਸੰਸਾਰ ਵਿੱਚ ਤਾਕਤ ਵਾਲਾ ਦਿਸਦਾ ਨਹੀਂ ਹੈ। ਮਾਨਹਿ ਆਨ ਜੇ ਦੇਸ਼ ਮਹਾਨ, ਜਿਹੜੇ ਵੱਡੇ ਵੱਡੇ ਦੇਸ਼ ਉਹ ਵੀ ਆਣ ਕੇ ਸਾਡੀ ਹੀ ਕਾਣ ਕਨੌੜ ਮੰਨਣਗੇ। ਬਨੈ ਸਭ ਥਾਨ ਮੈਂ ਸੇਵਕ ਲੋਈ, ਜੇ ਇਹ ਸਾਡੇ ਪੰਥ ਵਿੱਚ ਆ ਜਾਣ ਤੇ ਸਾਰੇ ਜਿਹੜੇ ਸੇਵਕ ਲੋਕ ਹੈ ਸਭ ਥਾਵਾਂ ਦੇ ਸਾਡੇ ਸੇਵਕ ਬਣ ਜਾਣਗੇ। ਦੋਹਰਾ ਏਕ ਗ੍ਰਾਮ ਕੋ ਭੂਪ ਜਿਉ, ਭਾਈ ਬਾਲਾ ਜੀ ਅਥਵਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਇੱਕ ਪਿੰਡ ਇੱਕ ਇਲਾਕੇ ਦਾ ਰਾਜਾ, ਜਿਵੇਂ ਚਾਹਤ ਚਤੁਰ ਦਿਸ ਜੀਤ, ਚਾਰ ਦਿਸ਼ਾਵਾਂ ਚਾਰੇ ਤਰਫਾਂ ਨੂੰ ਜਿੱਤਿਆ ਚਾਹੇ। ਗੋਰਖ ਇੱਛਾ ਗਰਤ ਤਿਉ, ਗੋਰਖਨਾਥ ਇਸੇ ਤਰ੍ਹਾਂ ਇੱਛਾ ਕਰਦਾ ਹੈ। ਜਿਉ ਪ੍ਰਤਾਪ ਵਿਪਰੀਤ, ਜਿਉ ਪ੍ਰਾਪਤ ਵਿਪਰੀਤ, ਜਿਹੜੀ ਵੀ ਪ੍ਰਾਪਤ ਹੋਣੀ ਉਲਟੀ ਰੀਤੀ ਹੈ, ਭਾਵ ਜੋ ਹੋ ਨਹੀਂ ਸਕਦਾ। ਵੀ ਗੋਰਖਨਾਥ ਜਿਹੜਾ ਹੁਣ ਉਹ ਇੱਕ ਪਿੰਡ ਦੀ ਨਿਆਂ ਰਿੱਧੀ ਸਿੱਧੀ ਵਾਲਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਚਤੁਰ ਦਿਸ਼ਾ ਦੀ ਨਿਆਈ ਭਾਵ ਅਨੰਤ ਕਲਾ ਲੈ ਠਾਕੁਰ ਚੜ੍ਹਿਆ ਤਾਕਤਾਂ ਵਾਲੇ, ਤੇ ਇਹ ਗੋਰਖਨਾਥ ਇੱਕ ਪਿੰਡ ਦੇ ਰਾਜੇ ਵਾਂਗ ਮਹਾਰਾਜ ਜੀ ਨੂੰ ਚਾਰੇ ਤਰਫ ਦੇ ਰਾਜੇ ਸੁਲਤਾਨ ਨੂੰ ਜਿੱਤਣਾ ਚਾਹੁੰਦਾ ਹੈ। ਜੋ ਪ੍ਰਾਪਤ ਹੋਣਾ ਉਲਟੀ ਰੀਤੀ ਭਾਵ ਨਹੀਂ ਹੋ ਸਕਦਾ, ਕਿਵੇਂ ਹੋਵੇ ਇਹ। ਸਵਈਆ ਸਿੱਧ ਮੰਡਲ ਮੈਂ ਪ੍ਰਗਟਿਓ ਤਬ, ਸਿੱਧਾਂ ਦੀ ਮੰਡਲੀ ਵਿੱਚ ਸਭਾ ਵਿੱਚ ਜਾ ਪ੍ਰਗਟਿਆ ਤਦੋਂ, ਜਾਏ ਹਿਰਦੈ ਬਹੁ ਚਿੰਤ ਉਪਾਏ ਵਿਚਾਰੇ, ਐਵੇਂ ਜਿਹੜਾ ਹਿਰਦੇ ਵਿੱਚ ਜਾ ਕੇ ਹਿਰਦੇ 'ਚ ਬਹੁਤ ਚਿੰਤਾ ਕਰਦਾ ਹੈ ਤੇ ਉਹ ਯਤਨ ਵਿਚਾਰਦਾ ਉਪਰਾਲੇ ਹੀਲੇ। ਇਤ ਸ੍ਰੀ ਗੁਰ ਸੋ ਮਰਦਾਨੇ ਤਬੈ, ਇੱਧਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਭਾਈ ਮਰਦਾਨਾ ਤਦੋਂ ਹਿਤ ਬੂਝਨ ਕੇ ਮੁਖ ਵਾਕ ਉਚਾਰੇ, ਪੁੱਛਣ ਵਾਸਤੇ ਬਚਨ ਮੁਖੋਂ ਬਚਨ ਉਚਾਰੇ ਕਹੇ। ਸਵਿਤਾ ਨਹ ਦੀਸਤ ਹੈ ਕਰਨਾ ਨਿਦ, ਕਿਰਪਾ ਦੇ ਖਜ਼ਾਨੇ ਮਹਾਰਾਜ ਸੂਰਜ ਕਿਤੇ ਚੜਿਆ ਦਿਸਦਾ ਨਹੀਂ ਹੈ। ਜੋ ਹਮ ਊਰਦ ਔਰ ਨਿਹਾਰੇ, ਜੇਕਰ ਅਸੀਂ ਉੱਪਰ ਦੀ ਤਰਫ ਦੇਖਦੇ ਹਾਂ
ਤੇ ਸੂਰਜ ਕਿਤੇ ਚੜਿਆ ਦਿਖਦਾ ਹੀ ਨਹੀਂ ਹੈ। ਗੁਰ ਭਾਖਤ ਨੀਚੇ ਕੋ ਡੀਠ ਕਰੋ। ਗੁਰੂ ਮਹਾਰਾਜ ਕਹਿਣ ਲੱਗੇ, ਮਰਦਾਨਿਆ ਜਿਹੜੀ ਨੇਤਰਾਂ ਦੀ ਨਿਗਾਹ ਹੈ ਨਾ ਉਹ ਥੋੜੀ ਨੀਵੀਂ ਕਰ, ਠਾਂ ਵੱਲ ਨਜ਼ਰ ਕਰ। ਪశ్ਚਾਤ ਦਿਸ਼ ਹੋਂ ਕੀ ਔਰ ਪਧਾਰੇ। ਪਛਾਤ ਦਿਸ਼ਾ ਜਿਹੜੀ ਪੱਛਮ ਦੀ ਦਿਸ਼ਾ ਹੈ ਤੇ ਉਧਰ ਵੱਲ ਜਿਹੜਾ ਸੂਰਜ ਭੱਜਾ ਜਾਂਦਾ ਹੈ। ਦੋਹਰਾ ਕਿਤੇ ਦੂਰ ਹੈ ਧਰਾ ਤੇ। ਉਸ ਵੇਲੇ ਭਾਈ ਮਰਦਾਨਾ ਬੋਲਿਆ, ਮਹਾਰਾਜ ਕਿੰਨੀ ਦੂਰ ਹੈ ਧਰਤੀ ਤੋਂ। ਊਚੇ ਸੂਰਜ ਚੰਦ। ਸੂਰਜ ਵੀ ਤੇ ਚੰਦਰਮਾ ਧਰਤੀ ਤੋਂ ਕਿੰਨੇ ਉੱਚੇ ਹੈ ਭਲਾ। ਪੁਨ ਉਡਗਨ ਕੀ ਵਾਰਤਾ। ਫਿਰ ਮਹਾਰਾਜ ਜਿਹੜੀ ਤਾਰਿਆਂ ਦੀ ਵਾਰਤਾ ਗੱਲਬਾਤ ਹੈ। ਕਹੀਏ ਸਬਹਿ ਮਕੰਦ। ਮੁਕਤੀ ਦਾਤੇ ਸਤਿਗੁਰ ਜੀ ਮੈਨੂੰ ਸਾਰੀ ਗੱਲਬਾਤ ਕਹੀਏ। ਸਵਈਆ ਜੋਜਨ ਲੱਖ ਲਖੋ ਉਰਮੇ। ਉਸ ਵੇਲੇ ਮਹਾਰਾਜ ਜੀ ਨੇ ਕਿਹਾ, ਇਹ ਜੋ ਭਾਈ ਬਾਲੇ ਵਾਲੀ ਜਨਮ ਸਾਖੀ ਹਿੰਦਾਨੀਆਂ ਕਬੀਰ ਪੰਥੀਆਂ ਨੇ ਵਿਗਾੜੀ ਹੈ, ਉਹਦੇ ਮੁਤਾਬਕ ਕਿ ਜੋਜਨ ਲੱਖ ਭਾਵ ਜਿਹੜਾ ਜੋਜਨ 4 ਕੋਹ ਦਾ ਮੰਨਿਆ ਹੈ ਤੇ 4 ਕੋਹ ਦੇ ਹਿਸਾਬ ਨਾਲ ਭਾਵ 4 ਲੱਖ। 4 ਲੱਖ ਕੋਹ ਜਿਹੜਾ ਹੈ ਮਰਦਾਨਾ ਜਾਣ ਲਾਰੀ ਦੇ ਵਿੱਚ ਵੀ ਧਰਤੀ ਤੋਂ ਉੱਚਾ ਹੈ ਸੂਰਜ। 4 ਲੱਖ ਜੋਜਨ ਹੁੰਦਾ ਹੈ 4 ਕੋਹ ਦਾ ਇੱਕ, ਤੇ ਲੱਖ ਜੋਜਨ ਜਿਹੜਾ ਹੋ ਗਿਆ 4 ਲੱਖ ਕੋਹ ਦਾ। ਉਂਝ ਜੋਜਨ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਮੰਨੇ ਆ। 2 ਕੋਹ ਦਾ ਜੋਜਨ ਵੀ ਮੰਨਿਆ ਹੈ, 4 ਦਾ ਵੀ, 8 ਦਾ ਵੀ, 10,000 ਕੋਹ ਦਾ ਵੀ। ਇਸ ਤਰ੍ਹਾਂ ਵੱਖੋ ਵੱਖਰੇ ਹੈ। ਇਹ ਜਿਹੜਾ ਹੈ ਜਿਵੇਂ ਇੱਥੇ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਲਿਖਿਆ ਉਸ ਮੁਤਾਬਕ ਧਰ ਊਚੋ ਇਤੋ ਰਵ ਕੋ ਰਥ ਜਾਈ। ਮਰਦਾਨਿਆਂ 4 ਲੱਖ ਕੋਹ 1 ਲੱਖ ਜੋਜਨ ਧਰਤੀ ਤੋਂ ਉੱਚਾ ਸੂਰਜ ਦਾ ਰਥ, ਸਤਮੁਖੀਆ ਰਥ ਜਿਹੜਾ ਹੈ ਚੱਲਿਆ ਜਾਂਦਾ। ਕੋਹ ਕਰੋੜੀ ਚਲਤ ਨਾ ਅੰਤ ਹੈ ਤਿਤਨੋ ਤਿਸ ਤੇ ਸਸ ਊਰਦ। ਓਨਾ ਹੀ ਜਿਹੜਾ ਧਰਤੀ ਤੋਂ ਜਿੰਨਾ ਸੂਰਜ ਹੈ ਤੇ ਸੂਰਜ ਤੋਂ ਓਨਾ ਹੀ ਜਿਹੜਾ ਚੰਦਰਮਾ ਉੱਚਾ ਹੈ। ਭਾਵ 4 ਲੱਖ ਕੋਹ ਸੂਰਜ ਤੋਂ ਤਾਂ ਚੰਦਰਮਾ ਉੱਚਾ ਹੈ। ਸਿੱਧਾ ਜਿਹਾ ਵੀ ਧਰਤੀ ਤੋਂ 8 ਲੱਖ ਕੋਹ 2 ਲੱਖ ਜੋਜਨ ਜਿਹੜਾ ਚੰਦਰਮਾ ਉੱਚਾ ਹੈ। ਇਵੇਂ ਇਹ ਸਹੀ ਰੂਪ ਵਿੱਚ ਨਹੀਂ ਸਮਝਣਾ ਹੈ। ਤਾਰਨ ਕੀ ਮਿਰਜਾਦ ਨਾ ਕਾਈ। ਕਿਉਂਕਿ ਇਹ ਜਿਹੜੀ ਗਿਣਤੀ ਮਿਣਤੀ ਹੈ ਤੇ ਪਰੇ ਦੀ ਪਰੇ ਹੀ ਹੈ। ਇਹ ਜਿਵੇਂ ਲਿਖਿਆ ਹੈ ਉਹ ਪੂਰਾ ਸਹੀ ਰੂਪ 'ਚ ਨਹੀਂ ਹੈ। ਜਿਵੇਂ ਸਾਖੀ ਵਿਗਾੜੀ ਉਸ ਮੁਤਾਬਕ ਇੱਥੇ ਲਿਖਿਆ ਹੋਇਆ। ਤੇ ਤਾਰਿਆਂ ਦੀ ਤੇ ਕੋਈ ਮਰਿਆਦਾ ਹੀ ਨਹੀਂ ਹੈ ਵੀ ਕਿੰਨੇ ਉੱਚੇ ਹਨ। ਤਾਰਨ ਕੀ ਮਿਰਜਾਦ ਨਾ ਹੈ ਤਿਤਨੋ ਤਿਸ ਤੇ ਸਸ ਊਰਦ। ਤਾਰਨ ਕੀ ਮਰਜਾਦ ਨਾ ਕਾਈ, ਤਾਰਿਆਂ ਦੀ ਤੇ ਕੋਈ ਮਰਜਾਦ ਹੀ ਨਹੀਂ ਹੈ, ਮਰਿਆਦਾ ਹੀ ਨਹੀਂ ਕਿੰਨੇ ਉੱਚੇ ਹਨ। ਊਚੇ ਅਦੋ ਤਿਨ ਕੇ ਪੁਰ ਹੈ। ਉਹਨਾਂ ਦੀ ਜਿਹੜੀਆਂ ਪੁਰੀਆਂ ਕੋਈ ਉੱਚੀ ਕੋਈ ਨੀਵੇਂ ਹੈ। ਸਭ ਕੇ ਸਿਰ ਉਪਰ ਧਰੂ ਸਹਾਈ। ਪਰ ਸਾਰਿਆਂ ਦੇ ਸਿਰ ਉੱਪਰ ਧਰੂ ਤਾਰਾ ਜਿਹੜਾ ਸੋਵਨੀਕ ਅਟਲ ਹੈ। ਬਾਰਿਕ ਪੰਚ ਹੀ ਸੰਮਤ ਕੋ। ਕਿਉਂਕਿ ਮਰਦਾਨਿਆ ਜੋ 5 ਸਾਲ ਦੀ ਉਮਰ ਦਾ ਹੀ ਬੱਚਾ ਸੀ ਧਰੂ ਭਗਤ। ਹਠ ਕੀਨ ਵੱਡੋ ਜਿਨ ਘਾਲ ਕਮਾਈ। ਜਿਹਨੇ ਘਾਲ ਕਮਾਈ ਮਸਕਤ ਕਰਨ ਵਾਸਤੇ ਬੜਾ ਤਕੜਾ ਹੱਠ ਕੀਤਾ ਸੀ। ਅੜਿਲ ਸੁਨ ਮਰਦਾਨਾ ਕਹੈ। ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗਾ, ਪ੍ਰਭੂ ਇੱਕ ਵੇਰ ਜੀ। ਪ੍ਰਭੂ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਵਾਰ ਦਰਸ਼ਨ ਕੀਜਾ ਤਾਹੇ ਸੋ ਜੋ ਸਿਖਰ ਸਮੇਰ ਜੀ। ਮਹਾਰਾਜ ਜੋ ਸਮੇਰ ਪਰਬਤ ਦੀ ਚੋਟੀ ਤੇ ਨਾ ਧਰੂ ਭਗਤ ਉਸਦਾ ਵੀ ਦਰਸ਼ਨ ਇੱਕ ਵਾਰ ਜ਼ਰੂਰ ਕਰਾਈਏ। ਬਾਲਕ ਬੈਸ ਵਿਸਾਲ ਤਪਿਓ ਤਪ ਕਠਨ ਜਿਹ। ਜਿਸ ਧਰੂ ਨੇ ਬਾਲਕ ਉਮਰਾ ਛੋਟੀ ਵਿੱਚ ਹੀ 5 ਸਾਲ ਦੀ ਉਮਰ ਵਿੱਚ ਹੀ ਤਪ ਕਰਨ ਵਾਸਤੇ ਬੜਾ ਸਖਤ ਕਰੜਾ ਹੀ ਤਪ ਤਪਿਆ ਕੀਤਾ ਹੈ। ਹੋ ਅਬ ਚਲ ਪਦਵੀ ਪਾਏ ਬਸਿਓ ਸੁਖ ਥਾਨ ਮਹਿ। ਤੇ ਅਬ ਚਲ ਅਟਲ ਪਦਵੀ ਪਾ ਕੇ
ਤੇ ਸੁਖ ਵਾਲੀ ਥਾਂ ਵਿੱਚ ਜਾ ਵਸਿਆ। ਧਰੂ ਅਟਲ ਅਜੂ ਨਹਿ ਟਰਿਓ। ਬਿਗਸੇ ਪੰਕਜ ਬਦਨ ਬਚਨ ਮੁਖ ਸੋ ਭਨਿਓ। ਉਸ ਵੇਲੇ ਕਮਲ ਵਰਗੇ ਮੁਖ ਵਾਲੇ ਮਹਾਰਾਜ ਥੋੜਾ ਥੋੜਾ ਹੱਸੇ ਹੈ ਤੇ ਮੁਖੋਂ ਬਚਨ ਕਿਹਾ। ਮਰਦਾਨਾ ਕਿਆ ਕਹਿਤ ਹਿਰਦੇ ਤੁਮ ਕਿਵ ਗੁਨਿਓ। ਐ ਵੀ ਭਾਈ ਬਾਲਾ ਮਰਦਾਨਾ ਕੀ ਕਹਿੰਦਾ ਹੈ, ਤੁਸਾਂ ਨੇ ਹਿਰਦੇ ਵਿੱਚ ਕਿਵੇਂ ਵਿਚਾਰਿਆ ਜਾਣਿਆ ਹੈ। ਆਗਾ ਚਾਹਤ ਚੱਲਿਓ ਪਿਖਨ ਧਰੂ ਥਾਨ ਕੋ। ਤੁਸਾਂ ਨੇ ਕਿਵੇਂ ਜਿਹੜਾ ਹਿਰਦੇ ਵਿੱਚ ਵਿਚਾਰਿਆ ਹੈ, ਜਿਹੜਾ ਮਰਦਾਨਾ ਉਹਦੇ ਅੱਗੇ ਚੱਲਿਆ ਚਾਹੁੰਦਾ ਹੈ ਧਰੂ ਭਗਤ ਦੀ ਪੁਰੀ ਥਾਨ ਨੂੰ ਵੇਖਣ ਲਈ। ਹੋ ਤੁਮ ਨਿਜ ਮਨ ਕੀ ਦੇਹੋ ਚਹੋ ਕੇ ਜਾਨ। ਹੋ ਤੁਮ ਨਿਜ ਮਨ ਕੀ ਦੇਹੋ ਚਹੋ ਨਾ ਜਾਨ ਕੋ। ਤੁਸੀਂ ਆਪਣੇ ਮਨ ਦੀ ਭਾਈ ਬਾਲਾ ਦੱਸਦੇ ਹੋ, ਤੁਸੀਂ ਜਿਹੜਾ ਧਰੂ ਪੁਰੀ ਵੇਖਣਾ ਭਾਵ ਅੱਗੇ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ। ਸ੍ਰੀ ਅੰਗਦ ਜੀ ਸੁਨਹੁ ਬਚਨ ਤਬ ਮੈਂ ਕਹੇ। ਗੁਰੂ ਅੰਗਦ ਦੇਵ ਮਹਾਰਾਜ ਜੀ ਪ੍ਰੇਮ ਨਾਲ ਸੁਣੋ, ਤਦੋਂ ਮੈਂ ਮਹਾਰਾਜ ਜੀ ਨੂੰ ਬਚਨ ਕਹੇ। ਮਰਦਾਨਾ ਜੋ ਕਹਿਤ ਸੋ ਨੇਕੀ ਬਿਦ ਜੋ ਅਹੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਉਹਦੇ ਚੰਗੀ ਵਿਧੀ ਢੰਗ ਤਰੀਕਾ ਹੈ। ਜੇ ਊਰਦ ਹੈ ਥਾਨ ਬਸਤ ਜੇ ਤਿਨ ਹੈ ਮੈਂ। ਜਿਹੜੇ ਮਹਾਰਾਜ ਉੱਚੇ ਸਥਾਨ ਹੈ ਸਮੇਰ ਪਰਬਤ ਤੋਂ ਵੀ, ਤੇ ਜਿਹੜੇ ਉਹਨਾਂ ਉੱਚੇ ਸਥਾਨਾਂ ਵਿੱਚ ਵਸਦੇ ਹੈ ਭਗਤ ਰਿਸ਼ੀ ਮੁਨੀ। ਹੋ ਸਭੈ ਬਿਲੋਕਨ ਚਾਹੇ ਅਧਿਕ ਮਮ ਮਨ ਹੈ ਮੈਂ। ਸਾਰਿਆਂ ਨੂੰ ਦੇਖਣ ਦੀ ਚਾਹਨਾ ਮਹਾਰਾਜ ਮੇਰੇ ਵੀ ਮਨ ਵਿੱਚ ਬਹੁਤ ਹੈ। ਇਸ ਬਿਦ ਹਮਕੋ ਬੂਝ ਦੀਨ ਦੁਖ ਭੰਜਨੰ। ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਤਰ੍ਹਾਂ ਸਾਨੂੰ ਦੋਨਾਂ ਨੂੰ ਪੁੱਛ ਕੇ, ਜੋ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਗੁਰੂ ਨਾਨਕ ਸਾਹਿਬ। ਗਮਨੇ ਆਗੇ ਬਹੁਰ ਮਾਨ ਸਿਧ ਗੰਜਨੰ। ਗੰਜਨੰ ਗਜਨੰਗੀ ਗੁਰੂ ਮਹਾਰਾਜ ਫਿਰ ਅੱਗੇ ਨੂੰ ਚੱਲ ਪਏ ਹੈ, ਜੋ ਸਿੱਧਾਂ ਦੇ ਮਾਨ ਨੂੰ ਨਾਸ ਕਰਨ ਵਾਲੇ ਹਨ। ਇੱਕ ਪਹਾੜ ਪਰ ਗਏ ਜਾਏ ਬੈਸੇ ਤਬੈ। ਗੁਰੂ ਮਹਾਰਾਜ ਇੱਕ ਪਹਾੜ ਉੱਪਰ ਗਏ ਹੈ ਤੇ ਉਸ ਉੱਪਰ ਜਾ ਬੈਠੇ। ਤਦੋਂ ਹੋ ਓਨਾ ਤਾ ਕੋ ਨਾਮ ਬਤਾਇਓ ਗੁਰ ਤਬੈ। ਮਹਾਰਾਜ ਅਸਾਂ ਨੇ ਪੁੱਛਿਆ ਵੀ ਮਹਾਰਾਜ ਇਹ ਪਹਾੜ ਦਾ ਨਾਮ ਕੀ ਹੈ। ਗੁਰੂ ਮਹਾਰਾਜ ਤਦੋਂ ਦੱਸਿਆ ਵੀ ਮਰਦਾਨੇ ਭਾਈ ਬਾਲੇ ਇਸ ਪਹਾੜ ਦਾ ਨਾਮ ਊਨਾ ਪਹਾੜ ਹੈ। ਉਤ ਗੋਰਖ ਕੀ ਸੁਨਹੁ ਬੁਲਾਏ ਸਿਧ ਸਭੈ। ਉਧਰ ਮਹਾਰਾਜ ਤੁਸੀਂ ਗੋਰਖਨਾਥ ਦੀ ਗੱਲਬਾਤ ਸੁਣੋ। ਉਸਨੇ ਜਾ ਕੇ ਸਾਰੇ ਸਿੱਧ ਬੁਲਾਏ ਪਾਸ। ਬੈਠੇ ਮਜਲਸ ਅਲਾਏ ਕੀਏ ਆਸਨ ਤਬੈ। ਜਾ ਕੇ ਜਿਹੜਾ ਹੈ ਗੋਰਖਨਾਥ ਨੇ ਇਹ ਆਸਣ ਜੇ ਤਦੋਂ ਲਾਉਣੇ ਕੀਤੇ, ਇਹਨਾਂ ਸਿੱਧਾਂ ਨਾਥਾਂ ਨੇ ਸਭ ਸਭਾ ਲਾ ਕੇ ਬੈਠੇ ਹੈ। ਕਿਹ ਪਰ ਹੈ ਮ੍ਰਿਗ ਚਰਮ ਸਿੰਘ ਕੋ ਕਿਹ ਲਿਓ। ਕਿਸੇ ਉੱਪਰ ਤੇ ਜਿਹੜਾ ਮ੍ਰਿਗ ਹਿਰਨ ਦਾ ਚੰਮ ਹੈ, ਭਾਵ ਹਿਰਨ ਦੀ ਖੱਲ ਕੇ ਉੱਪਰ ਲਈ ਹੋਈ ਤੇ ਥੱਲੇ ਵਿਛਾਈ ਹੋਈ ਹੈ, ਤੇ ਕਿਸੇ ਨੇ ਆਪਣੇ ਉੱਪਰ ਸ਼ੇਰ ਦੀ ਖੱਲ ਲਈ ਹੋਈ ਤੇ ਥੱਲੇ ਵਿਛਾਈ ਹੋਈ ਆਸਣ ਵਜੋਂ। ਹੋ ਕਿਹ ਖਿੰਥਾ ਗਰ ਪਹਿਰ ਜਾਹੇ ਰੰਗ ਬਹੁ ਕੀਓ। ਤੇ ਕਿਸੇ ਨੇ ਜਿਹੜਾ ਖਿੰਥਾ ਗੋਦੜੀ ਗਲ ਪਹਿਨੀ ਹੋਈ ਹੈ, ਜੋ ਬਹੁਤੇ ਰੰਗਾਂ ਦੀ ਟਾਕੀਆਂ ਦੀ ਕੀਤੀ ਬਣਾਈ ਹੋਈ ਹੈ ਗੋਦੜੀ। ਫਟਕ ਮੁਦਰਾ ਪਹਿਰ ਚੀਰ ਦਵੈ ਕਾਨ ਕੋ। ਕਿਸੇ ਨੇ ਜਿਹੜਾ ਹੈ ਫਟਕ ਬਲੌਰ ਦੇ ਕੱਚ ਦੀਆਂ ਮੁੰਦਰਾਂ ਪੈਰੀਆਂ ਹੋਈਆਂ, ਦੋਵੇਂ ਕੰਨ ਚੀਰ ਕੇ ਪਾੜ ਕੇ। ਹਾਥ ਬਿਰਾਗਨ ਧਰੇ ਮਨਹੁ ਘਰ ਮਾਨ ਕੋ। ਹੱਥਾਂ ਵਿੱਚ ਬਿਰਾਗਣ ਰੱਖੀਆਂ ਹੋਈਆਂ, ਧਾਰੀਆਂ ਹੋਈਆਂ। ਉਹ ਬਿਰਾਗਣ ਹੁੰਦੀ ਜਿਵੇਂ ਸੰਤ ਬਾਬਾ ਆਨੰਦ ਸਿੰਘ ਜੀ ਵੀ ਰੱਖਦੇ ਰਹੇ ਆ। ਉਹ ਜਦੋਂ ਸਾਧੂ ਲੋਕ ਬੈਠਦੇ ਆ ਤੇ ਵਿਸ਼ਰਾਮ ਥੋੜ੍ਹਾ ਕਰਨ ਵਾਸਤੇ, ਭਾਵ ਬੈਠਣ 'ਚ ਕਿਤੇ ਢਿੱਲਵਾਂ ਠਾ ਜਾਏ ਤੇ ਉਹ ਬਿਰਾਗਣ ਥੱਲੇ ਰੱਖ ਲੈਂਦੇ ਹੈ, ਕੂਹਣੀ ਦੇ ਥੱਲੇ, ਆਰਕ ਦੇ ਥੱਲੇ। ਤਾਂ ਫਿਰ ਉਹ ਜਿਹੜੀ ਬਾਜੂ ਹੁੰਦੀ ਉਹਨੂੰ ਆਰਾਮ ਆ ਜਾਂਦਾ ਹੈ। ਉਹ ਡੰਡਾ ਜਿਹਾ ਲੱਗਾ ਹੁੰਦਾ ਉੱਪਰ, ਉਹਦੇ ਅਰਕ ਰੱਖਣ ਨੂੰ ਥਾਂ ਬਣੀ ਹੁੰਦੀ, ਫੱਟੀ ਜਿਹੀ ਲੱਗੀ ਹੁੰਦੀ ਸੀ। ਇਸ ਤਰ੍ਹਾਂ ਬਿਰਾਗਣ ਹੁੰਦੀ ਹੈ। ਸਿੱਧਨਾਥ ਹੁਣ ਲੰਬਾ ਚੌਕੜਾ ਮਾਰਦੇ ਸਨ, ਆਪਣੀ ਕੂਹਣੀ 'ਚ ਰੱਖ ਲੈਂਦੇ। ਇਹਨੇ ਹੱਥ ਬਿਰਾਗਣ ਵਿੱਚ ਰੱਖੀਆਂ ਹੋਈਆਂ, ਮਨ ਉਹ ਸਿੱਧ ਕਾਦੇ ਹੈ ਹੰਕਾਰ ਦਾ ਘਰ ਹੀ ਬੈਠੇ ਹੋਏ। ਸਵੇਤ ਬਭੂਤ ਸਰੀਰ ਲਗਾਏ ਬਣਾਏ ਕਾ। ਚਿੱਟੀ ਜਿਹੜੀ ਸਵਾਹ ਛਾਣ ਕੇ ਬਣਾ ਸਵਾਰ ਕੇ
ਲਾਈ ਹੋਈ ਚਿੱਟੇ ਭੂਤ ਬਣੇ ਹੋਏ। ਹੋ ਸਿੰਘੀ ਲੈ ਕਰ ਮਾਹੇ ਬਜਾਏ ਸੁਨਾਏ ਕਾ। ਆ ਕੋਈ ਜਿਹੜਾ ਇੱਕ ਹੁੰਦਾ ਸਿੰਘ, ਇੱਕ ਹੁੰਦਾ ਸਿੰਘੀ ਹਿਰਨ ਦੇ ਸਿੰਘ ਦੀ ਬਣਦੀ, ਉਹ ਹੱਥਾਂ ਵਿੱਚ ਲੈ ਕੇ ਵਜਾਉਂਦਾ ਸੁਣਾਉਂਦਾ ਦੂਸਰਿਆਂ ਨੂੰ ਸਾਜ਼। ਫੁਰਵਾ ਫਹੋਰੀ ਹਾਥ ਪਤਾਕ ਕਰ ਕਿਸੀ। ਫੁਰਵਾ ਫਹੋਰੀ ਹਾਥ ਪਤਾਕਾ ਕਰ ਕਿਸੀ। ਫਰੂਆ ਆ ਠੂਠਾ ਜਿਹੜਾ ਉਹ ਹੱਥ ਵਿੱਚ ਲਿਆ ਹੋਇਆ ਮੰਗਣ ਵਾਲਾ, ਸਵਾਹ ਇਕੱਠੀ ਕਰਨ ਵਾਸਤੇ ਜਿਹੜੀ ਫੌੜੀ ਜੀ ਹੈ ਉਹ ਫੜੀ ਹੋਈ ਹੈ। ਕੋਈ ਜਿਹੜਾ ਹੱਥਾਂ ਵਿੱਚ ਪਤਾਕਾ, ਕੋਈ ਝੰਡਾ ਆਪਣਾ ਨਿਸ਼ਾਨ ਜਿਹਾ ਲੈ ਕੇ ਖਿਲਾਉਂਦਾ ਜਾਂਦਾ ਹੈ, ਝੂਲਦਾ। ਕਿਹ ਸੇਲੀ ਗਰ ਪਾਏ ਕੋ ਪੀਨਹਿ ਕਟ ਕਸੀ। ਕਿਸੇ ਨੇ ਸੇਲੀ ਗਲ ਵਿੱਚ ਪਾਈ ਹੋਈ ਗੁੰਦਵਾ ਕਾਲਾ ਧਾਗਾ, ਤੇ ਲੱਕ ਦੇ ਨਾਲ ਜਿਹੜੀ ਹੈ ਉਹ ਤੜਾਗੀ ਜਿਹੜੀ ਹੈ ਲੰਗੋਟੀ ਬੰਨੀ ਹੋਈ ਹੈ। ਮੂਛੇ ਸ਼ਮਸ਼ ਵਿਸ਼ਾਲ ਸੀਸ ਮੁੰਡਤ ਕਰੇ। ਮੁੱਛਾਂ ਤੇ ਦਾੜਾ ਬੜਾ ਤਗੜਾ ਤਗੜਾ ਹੈ, ਤੇ ਜਿਹੜੇ ਸਿਰ ਦੇ ਸੀਸ ਦੇ ਕੇਸ ਉਹ ਤਾਂ ਬਿਲਕੁਲ ਹੀ ਰੁੰਡ ਮੁੰਡ ਕੀਤੇ ਹੋਏ ਹੈ, ਘੁਮਿਆਰ ਦੇ ਚੱਕ ਵਾਂਗੂ ਕੱਢੇ ਹੋਏ ਹਨ। ਹੋ ਝੋਰੀ ਕੰਧੇ ਪਾਏ ਸੋ ਭਿਖਿਆ ਹਿਤ ਧਰੇ। ਝੋਲੀ ਜਿਹੜੀ ਹੈ ਕੰਧੇ ਉੱਪਰ ਪਾਈ ਹੋਈ ਹੈ ਭਿੱਖਿਆ ਨੂੰ ਲੈਣ ਵਾਸਤੇ। ਸਰਬ ਸ਼ਕਤ ਕੋ ਧਰਤ ਗਰਭ ਔਰ ਵਧ ਰਹਾ। ਸਾਰੇ ਸ਼ਕਤੀਆਂ ਨੂੰ ਰੱਖਦੇ ਭਾਵ ਸ਼ਕਤੀਆਂ ਵਾਲੇ ਸਿੱਧਨਾਥ ਹਿਰਦੇ ਵਿੱਚ ਬੜਾ ਗਰਭ ਹੰਕਾਰ ਵੱਧ ਰਿਹਾ ਹੈ। ਛਿਨ ਮਹਿ ਉੱਡ ਕਰ ਜਾਏ ਹਿਰਦੈ ਤ੍ਰਿਟ ਹੋਇ ਜਹਾਂ। ਛਿਨ ਮਾਤਰ ਵਿੱਚ ਹੀ ਆਸਮਾਨ 'ਚ ਉੱਡ ਕਰਕੇ ਚਲੇ ਜਾਂਦੇ ਹੈ ਜਿੱਥੇ ਉਹਨਾਂ ਦੀ ਇੱਛਾ ਹੁੰਦੀ ਹਿਰਦੇ ਦੀ। ਅਣ ਸਮਾਨ ਹੋਇ ਜਾਨ ਪਹਾੜ ਸਮਾਨ ਕੋ। ਐਵੇਂ ਜੇ ਚਾਹੁਣ ਤੇ ਅਣੂ ਸਮਾਨ ਭਾਵ ਬਹੁਤ ਸੂਖਮ ਜੇ ਹੋ ਜਾਂਦੇ, ਤੇ ਜੇ ਚਾਹੁਣ ਤੇ ਪਹਾੜ ਵਾਂਗ ਵੱਡੇ ਹੋ ਜਾਂਦੇ। ਹੋ ਚਾਹ ਚਲਾਵਹਿ ਅਚਲਾ। ਹੋ ਚਾਹ ਚਲਾਵਹਿ ਅਚਲ ਉੱਡੇ ਅਸਮਾਨ ਕੋ। ਜੇ ਚਾਹੁਣ ਤੇ ਜਿਹੜਾ ਅਚਲ ਪਹਾੜ ਹੈ ਉਹਨੂੰ ਵੀ ਚਲਾ ਹਿਲਾ ਦੇਣ, ਤੇ ਜਦੋਂ ਚਾਹੁੰਦੇ ਅਸਮਾਨ ਨੂੰ ਉੱਡ ਸਕਦੇ ਹੈ। ਬਨਨ ਸ਼ੇਰ ਅਰ ਸਰਪ ਸਰੂਪ ਭਿਆਨਕੋ। ਇਹ ਭਿਆਨਕ ਸਰੂਪ ਵਾਲੇ ਬਣ ਜਾਂਦੇ ਐ, ਭਿਆਨਕ ਸੱਪ ਤੇ ਭਿਆਨਕ ਸ਼ੇਰ। ਮਾਨਵ ਸੇਵਕ ਕਰਨ ਦਿਖਾਏ ਡਰਾਨ ਕੋ। ਜਿਹੜੇ ਮਨੁੱਖ ਹੈ ਮਨ ਉਹਨਾਂ ਨੂੰ ਸੇਵਕ ਕਰਨ ਵਾਸਤੇ ਇਹੋ ਜਿਹਾ ਭਿਆਨਕ ਸੱਪ ਭੈੜੇ ਜਿਹੇ ਬਣ ਕੇ, ਸ਼ੇਰ ਬਣ ਕੇ ਦਿਖਾ ਕੇ ਡਰਾਉਣ ਲਈ ਮਨੁੱਖਾਂ ਨੂੰ ਸੇਵਕ ਕਰਨ ਵਾਸਤੇ ਦਿਖਾਉਂਦੇ ਆ, ਡਰਾਉਣ ਧਮਕਾਉਣ ਵਾਸਤੇ। ਚੌਹਾਂ ਦਿਸ ਬੈਸੇ ਜਬ ਹੈ ਲਾਏ ਆਸਨ ਸਭੈ। ਇਸ ਤਰ੍ਹਾਂ ਦੇ ਜਿਹੜੇ ਸਿੱਧਨਾਥ ਜਦੋਂ ਸਾਰੇ ਆਸਨ ਲਾ ਕੇ ਚਾਰ ਚੁਫੇਰੇ ਗੋਰਖਨਾਥ ਦੇ ਬੈਠੇ ਹੋਏ ਸੀ। ਹੋ ਬੋਲਿਓ ਤਿਨ ਪ੍ਰਥ ਬਚਨ ਗੁਣਤ ਗੋਰਖ ਤਬੈ। ਗੋਰਖਨਾਥ ਵਿਚਾਰ ਕੇ ਚੰਗੀ ਤਰ੍ਹਾਂ ਤਿੰਨ ਪ੍ਰਤ ਉਹ ਜਿਹੜੇ ਸਿੱਧਨਾਥ ਆਲੇ ਦੁਆਲੇ ਬੈਠੇ ਉਹਨਾਂ ਦੇ ਪ੍ਰਤੀ ਬੋਲਿਆ। ਕਬਿਤ ਨਾਨਕ ਹੈ ਤਪਾਏ ਕਮਲ ਮੂਤ ਦੇਹ ਜਾ ਕੀ। ਲੱਗਾ ਹੈ ਸਿੱਧੋ ਨਾਥੋ ਜਿਹੜੇ ਹੈ ਨਾਨਕ ਹੈ ਨਾ, ਇੱਕ ਨਾਨਕ ਹੈ ਤਪਾ, ਤੇ ਜਿਸ ਦੀ ਮਲ ਮੂਤਰ ਦੀ ਦੇਹੀ ਹੈ, ਭਾਵ ਨੇਤੀ ਧੋਤੀ ਆਦਿਕ ਦੀ ਕਿਰਿਆ ਨਹੀਂ ਕੀਤੀ। ਜਿਵੇਂ ਲੋਕ ਨੱਕ ਦੇ ਰਾਹੀਂ ਧਾਗੇ ਜਿਹੇ ਕਰਕੇ ਮੂੰਹ ਰਾਹੀਂ ਕੱਢ ਲੈਂਦੇ ਆ, ਮੂੰਹ ਰਾਹੀਂ ਟਾਕੀ ਰੇਸ਼ਮ ਦੀ ਦੇ ਕੇ ਛਾਤੀ ਤੱਕ ਬਚਾ ਕੇ ਸਫਾਈ ਕਰਦੇ ਆ, ਬਾਂਸ ਦੀ ਪੋਰੀ ਨਾਲ ਗੁਦਾ ਦੇ ਰਾਹੀਂ ਪੇਟ ਦੀ ਸਫਾਈ ਕਰਦੇ ਆ। ਇਸ ਤਰ੍ਹਾਂ ਵੀ ਮਹਾਰਾਜ ਜੀ ਨੇ ਕੋਈ ਯੋਗਾ ਹਠ ਯੋਗ ਕਰਨ ਵਾਸਤੇ ਇਹੋ ਜਿਹੀ ਕਿਰਿਆ ਨਹੀਂ ਕੀਤੀ, ਇਹ ਕਰਦੇ ਸਨ। ਜਿਸ ਕਰਕੇ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਵੀ ਮਲ ਮੂਤਰ ਦੀ ਦੇਹੀ ਹੈ ਜਿਸ ਦੀ ਇੱਕ ਤਪਵਾ ਹੈ ਨਾਨਕ ਕਰਕੇ। ਤੁਮਰੋ ਸਥਾਨ ਦੇਖਬੇ ਕੇ ਹਿਤ ਆਵਈ। ਸਾਵਧਾਨ ਹੋ ਜੋ ਤੁਹਾਡੇ ਸਥਾਨ ਨੂੰ ਦੇਖਣ ਵਾਸਤੇ ਉਹ ਆ ਰਿਹਾ ਹੈ ਨਾਨਕ ਤਪਾ। ਹੋਏ ਜੋ ਸੁਜਾਨ ਕਲਾਵਾਨ ਗੁਣਵਾਨ ਵੱਡੋ। ਕਹਿਣ ਲੱਗਾ ਤੁਹਾਡੇ ਵਿੱਚੋਂ ਜਿਹੜਾ ਕੋਈ ਸੁਗਣ ਸੁਜਾਨ ਸ਼ਕਤੀ ਵਾਲਾ ਗੁਣਾ ਵਾਲਾ ਬੜਾ ਵੱਡਾ ਹੋਏ ਪੁਰਖ। ਬਾਦ ਕਰ ਤਾਂ ਸੋ ਜਾਏ ਜੀਤ ਕੈ ਹਟਾਵਈ। ਉਹ ਨਾਨਕ ਤਪੇ ਨਾਲ ਜਾ ਕੇ ਬਾਦ ਕਹੀਏ ਚਰਚਾ ਕਰੇ ਯੋਗ ਦੇ ਸੰਬੰਧ ਵਿੱਚ, ਤੇ ਜਿੱਤ ਜਾ ਕੇ ਉਹਨਾਂ ਨੂੰ ਜਿੱਤ ਕੇ
ਤੇ ਹਟਾਵੇ ਮੋੜ ਆਵੇ ਵਾਪਸ ਕਰਾਵੇ। ਨਾ ਤੋ ਉਪਦੇਸ਼ ਦਾ ਕਾ ਚੇਲੋ ਕਹਿ ਲਿਆਵੇ ਤਾਂ ਕੋ। ਜੇ ਉਹ ਨਹੀਂ ਮੰਨਦੇ ਤੇ ਉਹਨਾਂ ਨੂੰ ਆਪਣਾ ਯੋਗ ਦਾ ਉਪਦੇਸ਼ ਦੇ ਕੇ ਚੇਲਾ ਕਰਕੇ, ਚੇਲੋ ਕਰ ਕਹਿ ਨਹੀਂ ਚੇਲਾ ਕਰ ਪਾਠ, ਚੇਲੋ ਕਰਕੇ ਲਿਆਵੇ ਉਹਨੂੰ ਇੱਥੇ। ਰਲ ਸਿੱਧ ਮਾਹੀ ਸੋ ਅਮਰ ਪਦ ਪਾਵਈ। ਅੱਜ ਸਿੱਧਾਂ ਵਿੱਚ ਉਹ ਆ ਕੇ ਰਲ ਜਾਣ, ਨਾਨਕ ਤਪਾ ਅਮਰ ਪਦਵੀ ਪਾ ਲੈਣਗੇ। ਭਾਵ ਜਿਵੇਂ ਸਾਡੀਆਂ ਉਮਰਾਂ 200-400 ਸਾਲ ਦੀਆਂ ਹੋਈਆਂ, ਉਹ ਵੀ ਵੱਡੀ ਉਮਰ ਵਾਲੇ ਹੋ ਜਾਣਗੇ, ਅਮਰ ਪਦਵੀ ਪਾ ਲੈਣਗੇ। ਬਸ ਜੇ ਤੇ ਪਾਸ ਭਇਓ ਸਭ ਕੋ ਹੁਲਾਸ। ਹੁਲਾਸ ਹੋ ਰਿਹਾ, ਜਿੰਨੇ ਹੀ ਪਾਸ ਬੈਠੇ ਸਨ ਸਿੱਧਨਾਥ, ਸਭ ਨੂੰ ਸੁਣ ਕੇ ਬੜਾ ਹੁਲਾਸ ਆਨੰਦ ਖੇੜਾ ਹੋਇਆ ਹਿਰਦੇ ਵਿੱਚ। ਖਾਏ ਕਾ ਤਮਕ ਕੋ ਮਸ਼ਿੰਦਰ ਯੋ ਅਲਾਵਈ। ਉਸ ਵੇਲੇ ਤਮਕ ਕਹੀਏ ਗੁੱਸਾ ਜਿਹਾ ਖਾ ਕੇ, ਐਵੇਂ ਖਰਜੀ ਖਾ ਕੇ ਮਸ਼ਿੰਦਰ ਨਾਥ ਜੋ ਗੋਰਖਨਾਥ ਦਾ ਗੁਰੂ ਹੈ, ਉਹ ਐਵੇਂ ਕਹਿਣ ਲੱਗਾ। ਕਬੇਤ ਕੈਸੋ ਕੋ ਹੋਏ ਸਭ ਜੀਤੋਂ ਜਾਏ ਤਾਂ ਕੋ ਅਬ। ਕਹਿਣ ਲੱਗਾ ਬੜਾ ਗੱਜ ਵੱਜ ਕੇ ਸਿੱਧਾਨਾਥਾਂ 'ਚ, ਕਹਿੰਦਾ ਕਿਸੇ ਤਰ੍ਹਾਂ ਵੀ ਕੋਈ ਹੋਏ, ਸਭ ਤਰ੍ਹਾਂ ਨਾਲ ਮੈਂ ਜਾ ਕੇ ਉਹਨੂੰ ਜਿੱਤਾਂਗਾ ਹੁਣੇ। ਆਵਨ ਨਾ ਦਹਿਓ ਕੇ ਦੋ ਚੇਲੋ ਕਰ ਲਿਆਏ ਹਾਂ। ਉਹਨਾਂ ਨੂੰ ਇੱਥੇ ਨਹੀਂ ਆਉਣ ਦਿਆਂਗਾ, ਅਥਵਾ ਜੇ ਆਉਣ ਵੀ ਦਿਆਂਗਾ ਤਾਂ ਚੇਲਾ ਕਰਕੇ ਲਿਆਵਾਂਗਾ ਮੈਂ। ਦੇਹ ਕੋ ਬਨਾਓ ਬੂਝੋ ਜੋਗ ਹੂੰ ਕੋ ਬਾਦ ਕਰੋ। ਕਿਉਂਕਿ ਮੈਂ ਪਹਿਲਾਂ ਜਾਂਦੇ ਦੇ ਸਰੀਰ ਦੀ ਬਣਾਵਟ ਪੁੱਛਾਂਗਾ ਕਿ ਸਰੀਰ ਦੀ ਬਣਾਵਟ ਕੀ ਹੈ, ਕਿੰਨੇ ਇਹਦੇ ਵਿੱਚ ਸਵਾਸ ਆਉਂਦੇ ਜਾਂਦੇ ਰੋਜ਼ ਦੇ, ਕਿੰਨੀਆਂ ਨਾੜਾਂ ਹੈ, ਤੇ ਕਿੰਨੇ ਜਿਹੜੇ ਮੁੱਖ ਦੇ ਦਰਵਾਜ਼ੇ ਦੇ ਕਿੰਨੀਆਂ ਉਂਗਲਾਂ ਹੈ, ਕਾਲਜਾ ਕਿੰਨੇ ਉਂਗਲਾਂ ਦਾ ਹੈ। ਇਸ ਤਰ੍ਹਾਂ ਜਿਹੜੀ ਦੇਹ ਦੀ ਬਣਤਰ ਹੈ, ਕਿੰਨੀਆਂ ਨਾੜਾਂ ਹੈ ਇਹਦੇ ਵਿੱਚ, ਕਿੰਨੇ ਜੋੜ ਹੈ, ਉਹ ਸਭ ਮੈਂ ਦੇਹ ਦੀ ਬਣਤਰ ਪੁੱਛਾਂਗਾ। ਤੇ ਜੋਗ ਹੂੰ ਕੋ ਬਾਦ ਕਰੋ, ਯੋਗ ਦੇ ਸੰਬੰਧ ਵਿੱਚ ਬਾਦ ਕੇ ਚਰਚਾ ਕਰਾਂਗਾ। ਕਿਉਂਕਿ ਪਹਿਲਾਂ ਜਿਹੜੇ ਆ ਕੋਈ ਗ੍ਰੰਥਾਂ ਵਿੱਚ ਲਿਖਿਆ ਨਹੀਂ ਸੀ ਹੁੰਦਾ ਯੋਗ ਦੇ ਸੰਬੰਧ ਵਿੱਚ। ਹੁਣ ਤੇ ਯੋਗ ਦਰਸ਼ਨ ਸਾਂਖ ਜਿਹੜਾ ਯੋਗ ਸ਼ਾਸਤਰ ਵੀ ਹੈ, ਜਿਸ ਕਰਕੇ ਵਿਧੀਆਂ ਉਹ ਲਿਖੀਆਂ ਹੋਈਆਂ, ਪੁਸਤਕ ਬੜੇ ਬਣੇ ਹੋਏ ਹੈ। ਸ਼ਾਸਤਰ ਭਾਵੇਂ ਪਹਿਲਾਂ ਸੀ ਪਰ ਅਗਲੇ ਪਾਸੇ ਖੁਲਾਸੇ ਘੱਟ ਸਨ। ਹੁਣ ਤੇ ਪੁਸਤਕਾਂ ਬਹੁਤ ਬਣ ਗਈਆਂ ਹੈ, ਜਿਨ੍ਹਾਂ ਪਰ ਉਹ ਸਿੱਧਾਨਾਥਾਂ ਦੇ ਤਰ੍ਹਾਂ ਤਰ੍ਹਾਂ ਦੇ ਆਸਣ ਲਿਖੇ, 84 ਦੇ 84 ਨਾਲ ਮੂਰਤਾਂ ਬਣੀਆਂ ਹੋਈਆਂ, ਕਿਵੇਂ ਆਸਣ ਲਾਉਣਾ। ਆਹ ਵੀ ਸਿੱਧ ਆਸਣ ਹੈ, ਆਹ ਕਮਲ ਆਸਣ ਹੈ, ਆਹ ਪਦਮ ਆਸਣ ਹੈ, ਮੋਰ ਆਸਣ ਹੈ, ਸਿੰਘ ਆਸਣ ਹੈ, ਕਪਾਲੀ ਆਸਣ ਹੈ। ਉਹ ਜਿਵੇਂ 84 ਆਸਣ ਹੈ, ਉਹ ਸਾਰਿਆਂ ਦੀਆਂ ਫੋਟੋਆਂ ਬਣੀਆਂ ਹੋਈਆਂ ਗ੍ਰੰਥਾਂ ਉੱਪਰ ਹੀ, ਨਾਲੇ ਢੰਗ ਤਰੀਕਾ ਦੱਸਿਆ ਹੋਇਆ ਹੈ। ਅਤੇ ਉਹ ਅੱਜ ਕੱਲ੍ਹ ਤਾਂ ਉਹ ਗ੍ਰੰਥ ਛਪੇ ਹੋਏ, ਪਹਿਲਾਂ ਐਸਾ ਹੈ ਨਹੀਂ ਸੀ ਵੀ ਜੇ ਉਹਨਾਂ ਨੂੰ ਕੁਝ ਪਤਾ ਹੋਊਗਾ ਤਾਂ ਮੈਂ ਚਰਚਾ ਕਰਾਂਗਾ ਯੋਗ ਦੇ ਸੰਬੰਧ ਵਿੱਚ, ਉਹ ਦੱਸਣਗੇ ਠੀਕ ਹੈ, ਨਹੀਂ ਤਾਂ ਫਿਰ ਉਹਨਾਂ ਨੂੰ ਵਾਪਸ ਕਰ ਆਵਾਂਗਾ, ਨਹੀਂ ਤਾਂ ਚੇਲਾ ਕਰ ਲਵਾਂਗਾ। ਉਹ ਵੈਸੇ ਵੀ ਜਿਹੜੇ ਯੋਗ ਦੇ 2 ਰਸਤੇ ਮੰਨੇ ਗਏ ਹੈ, ਇੱਕ ਤਾਂ ਹੈ ਸਗਰਬਤ ਯੋਗ, ਇੱਕ ਹੈ ਅਗਰਬਤ ਯੋਗ। ਜਿਹੜਾ ਕੋਈ ਮੰਤਰ ਦਾ ਜਾਪ ਕਰਕੇ ਓੰ ਜਾਂ ਸੋਹੰ ਤੇ ਪੂਰਕ ਕੁੰਭਕ ਰੇਚਕ ਦੇ ਰਾਹੀਂ 6 ਚੱਕਰ ਵਿੰਨ ਕੇ ਭੰਗਮਾ ਨਾੜੀ ਨੂੰ ਸਿੱਧਾ ਕਰਕੇ 6 ਚੱਕਰਾਂ ਨੂੰ ਵਿੰਨ ਕੇ 10ਵੇਂ ਦਵਾਰ ਸਵਾਸ ਚੜ੍ਹਾਏ ਜਾਣ। ਪੂਰਕ ਕੁੰਭਕ ਰੇਚਕ ਦੇ ਰਾਹੀਂ ਨਾਸਾਂ ਦੀਆਂ ਸੱਜੀ ਖੱਬੀ ਸੁਰ ਦੇ ਰਾਹੀਂ ਮੰਤਰ ਦਾ ਜਾਪ ਕਰਕੇ ਓੰ ਜਾਂ ਸੋਹੰ ਦਾ ਸਵਾਸ ਚੜ੍ਹਾਏ ਜਾਣ, ਉਹਨੂੰ ਕਹੀਦਾ ਸਗਰਬਤ ਯੋਗ। ਅਤੇ ਜਿਹੜਾ ਕੋਈ ਹੱਠ ਨਾਲ ਭਾਵ ਹੱਠ ਕਰਕੇ ਸਾਧਨ ਦੇ ਕਿਰਿਆ ਰਾਹੀਂ, ਭਾਵ ਕਿ ਹੱਠ ਨਾਲ ਹੀ ਨੇਤੀ ਧੋਤੀ ਵਸਤਰ ਦੀ ਆਦਿ ਦੀ ਕਿਰਿਆ ਕਰਕੇ, ਸਰੀਰ ਕਸੁੱਧੀ ਕਰਕੇ, ਅਤੇ ਭੁਜੰਗਮਾ ਨਾੜੀ ਜਿਹੜੀ ਹੈ 3.5 ਵਾਲ ਮਾਰ ਕੇ ਕੁੰਡਲ ਸੱਪ ਵਾਂਗ ਬਣ ਕੇ ਪਿੱਠ ਪਿੱਛੇ ਇਕੱਠੀ ਹੋਈ ਹੈ, ਉਹਦੇ ਵਿੱਚੋਂ ਖੱਬੀ ਸੱਜੀ ਸੁਰ ਦੇ ਰਾਹੀਂ, ਸੂਰਜ ਦੀ ਸੁਰ ਦੇ ਰਾਹੀਂ ਜਿਹੜਾ ਹੈ ਮਿੱਝ ਕੱਢ ਕੇ ਅਤੇ 6 ਚੱਕਰ ਵਿੰਨ ਕੇ ਮਣੀਪੂਰਕ, ਅਨਾਹਤ ਚੱਕਰ, ਸੁੱਧ ਚੱਕਰ, ਆਗਿਆ ਚੱਕਰ ਦੇ ਰਾਹੀਂ 10ਵੇਂ ਦਵਾਰ ਸਵਾਸ ਚੜ੍ਹਾਏ ਜਾਣ। ਹੱਠ ਨਾਲ ਹੀ ਭਾਵ ਕੋਈ
ਸੋਹੰ ਓੰਗ ਦਾ ਜਾਪ ਨਾ ਕੀਤਾ ਜਾਏ। ਸਾਧਨ ਦੀ ਕਿਰਿਆ ਰਾਹੀਂ ਸਵਾਸ ਚੜ੍ਹਾਏ ਜਾਣ, ਉਹਨੂੰ ਕਹੀਦਾ ਅਗਰਬਤ ਯੋਗ। ਇਹ ਦੋ ਤਰ੍ਹਾਂ ਦੇ ਯੋਗ ਹੈ ਮੰਨੇ। ਅਤੇ ਇਹ ਇੱਥੇ ਕਹਿ ਰਿਹਾ ਵੀ ਮੈਂ ਤਾਂ ਪਹਿਲਾਂ ਤਾਂ ਜਾ ਕੇ ਦੇਹ ਕੋ ਬਣਾਉ ਬੂਝੋ, ਵੀ ਦੇਹ ਦੀ ਬਣਤਰ ਪੁੱਛਾਂਗਾ ਵੀ ਇਹਦੇ ਵਿੱਚ ਕਿੰਨੀਆਂ ਨਾੜਾਂ, ਕਿੰਨੇ ਜੋੜ, ਸਵਾਸ ਕਿੰਨੇ ਆਉਂਦੇ ਹੈ। ਫਿਰ ਯੋਗ ਹੂੰ ਕੋ ਬਾਤ ਕਰੋ, ਯੋਗ ਦੇ ਸੰਬੰਧ ਵਿੱਚ ਚਰਚਾ ਕਰਾਂਗਾ। ਕੈਸੇ ਕਾ ਜਵਾਬ ਦੇਹ ਤਾਹੇ ਕੋ ਹਟਾਏ ਹਾਂ। ਕਿਸੇ ਤਰ੍ਹਾਂ ਵੀ ਉਹ ਕਿਸੇ ਤਰ੍ਹਾਂ ਵੀ ਜੇ ਜਵਾਬ ਦੇਣਗੇ, ਭਾਵ ਜਵਾਬ ਨਾ ਦੇਣਗੇ, ਅਤੇ ਉਹਨਾਂ ਨੂੰ ਮੈਂ ਹਟਾ ਦਿਆਂਗਾ। ਵੀ ਜੇ ਉਹ ਦੱਸਣਗੇ ਠੀਕ ਹੈ ਯੋਗ ਦੇ ਸੰਬੰਧ ਵਿੱਚ ਤੇ ਠੀਕ ਹੈ, ਜੇ ਨਹੀਂ ਦੱਸਣਗੇ ਤਾਂ ਉਹਨਾਂ ਨੂੰ ਮੈਂ ਮੋੜ ਆਵਾਂਗਾ। ਕਿਤਹੁ ਤੇ ਆਇਓ ਕਿਤ ਦੇਸ਼ ਜਾਇਓ ਚਾਹੇ ਸੋ। ਫਿਰ ਪੁੱਛਾਂਗਾ ਵੀ ਕਿੱਧਰੋਂ ਤੁਸੀਂ ਆਏ ਹੋਏ ਹੋ, ਕਿਸ ਦੇਸ਼ ਨੂੰ ਜਾਇਆ ਚਾਹੁੰਦੇ ਹੋ। ਮਨ ਕੇ ਮਨੋਰਥ ਤਾਂ ਉਰੇ ਜਿਉ ਬਿਲਾਏ ਹਾਂ। ਬੜੀ ਹੈਂਕੜਬਾਜੀ ਜੀ ਕਹਿਣ ਲੱਗਾ ਸਿੱਧਾ ਨਾਥਾਂ ਨੂੰ, ਕਹਿੰਦਾ ਵੀ ਸੁਣੋ, ਮਨ ਦੇ ਜਿੰਨੇ ਮਨੋਰਥ ਖਿਆਲ ਹੈ ਗੁਰੂ ਨਾਨਕ ਤਵੇ ਦੇ, ਉਹਦੇ ਮੈਂ ਸਾਰੇ ਐਵੇਂ ਗਾਲ ਦਿਆਂਗਾ ਜਿਵੇਂ ਬਾਰਿਸ਼ ਦੇ ਗਲੇ ਨਾਸ ਹੋ ਜਾਂਦੇ ਹੈ ਡਿੱਗਦਿਆਂ ਹੀ, ਉਹ ਗੜਿਆਂ ਦੇ ਵਾਂਗ ਹੀ ਸਾਰੇ ਮਨ ਦੇ ਮਨੋਰਥ ਖਤਮ ਕਰ ਦਿਆਂਗਾ। ਕੀਜੈ ਨਾ ਅਵਾਰ ਦੀਜੈ ਆਇਸ ਉਚਾਰ ਜੀਤਾਂ। ਇਸ ਕਰਕੇ ਕੋਈ ਦੇਰੀ ਨਾ ਕਰੀਏ, ਮੈਨੂੰ ਆਗਿਆ ਦਈਏ, ਮੈਂ ਜਾ ਕੇ ਜਿੱਤਾਂਗਾ। ਸਭੈ ਸਿੱਧ ਮੰਡਲੀ ਕੋ ਬਾਰ ਜਬ ਪਾਏ ਹਾਂ। ਸਾਰੀ ਸਿੱਧ ਮੰਡਲੀ ਦਾ ਜਦੋਂ ਮੈਂ ਵਰ ਪਾਵਾਂਗਾ ਤੇ ਜੇਤੀ ਆਵਾਂਗਾ। ਦੋਹਰਾ ਗੋਰਖ ਔਰ ਹੁਲਸਾਏ ਕਾ। ਉਸ ਵੇਲੇ ਗੋਰਖਨਾਥ ਬੜਾ ਖੁਸ਼ ਹੋ ਕੇ ਕੀਨੀ ਜਾਨ ਰਜਾਏ। ਆਪਣੇ ਗੁਰੂ ਮਛਿੰਦਰ ਨਾਥ ਨੂੰ ਜਾਣ ਦੀ ਆਗਿਆ ਕੀਤੀ ਹੈ। ਜਾਨੀ ਮਨ ਇਹ ਆਨ ਹੈ। ਮਨ ਜਾਨੀ ਹੈ ਵੀ ਇਹ ਪਰ ਕਾਇਆ ਪ੍ਰਵੇਸ਼ ਕਰ ਜਾਂਦੇ ਹੈ। ਬੜੀ ਸ਼ਕਤੀ ਵਾਲੇ ਮੇਰੇ ਗੁਰੂ ਇਹ ਤੇ ਜ਼ਰੂਰ ਲਿਆਈ ਆਉਣਗੇ। ਜਾਂ ਕੋ ਤੇਜ ਸੁਭਾਏ। ਜਿਨ੍ਹਾਂ ਦਾ ਬੜਾ ਤੇਜ ਤਰਾਰਾ ਸੁਭਾਅ ਹੀ ਬੜੇ ਕੜਵੇ ਹਨ। ਜਿਉ ਗਜ ਨਿਜ ਔਰ ਗਰਭ ਕਰ। ਭਾਈ ਬਾਲਾ ਜੀ ਅਥਵਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਹਾਥੀ ਆਪਣੇ ਹਿਰਦੇ ਵਿੱਚ ਹੰਕਾਰ ਕਰਕੇ ਸਿੰਘ ਜੀਤਨੇ ਚਾਏ। ਸਿੰਘ ਕਹੀਏ ਸ਼ੇਰ ਨੂੰ ਜਿੱਤਣ ਦਾ ਚਾਅ ਚੜ੍ਹ ਆਵੇ। ਮ੍ਰਿਗ ਕੋ ਪਠਾ ਵੰਗਾਰ ਕਾ। ਉਹ ਸ਼ੇਰ ਨੂੰ ਜਿੱਤਣ ਦੀ ਚਾਹਨਾ ਕਰਕੇ ਹਿਰਨ ਨੂੰ ਭੇਜ ਦਵੇ ਵੰਗਾਰ ਕੇ ਵੀ ਜਾ ਤਗੜਿਆਂ ਹੋ ਕੇ ਲੜ। ਸੋ ਗਵਨਿਓ ਇਹ ਭਾਏ। ਇਸ ਤਰ੍ਹਾਂ ਜਿਹੜਾ ਹੈ ਗੋਰਖਨਾਥ ਜਿਹੜਾ ਚੱਲ ਪਿਆ ਹੈ, ਇਸ ਤਰ੍ਹਾਂ ਭੇਜਿਆ ਇਹਨੇ, ਭਾਵ ਕਿ ਜਿਹੜਾ ਗੋਰਖਨਾਥ ਇਹ ਤਾਂ ਸ਼ੇਰ ਦੀ, ਇਹ ਹਾਥੀ ਦੀ ਨਿਆਈ ਅਤੇ ਹਿਰਨ ਦੀ ਨਿਆਈ ਹੈ। ਜਿਹੜਾ ਹੈ ਮਛਿੰਦਰ ਨਾਥ ਅਗਲੇ ਪਾਸੇ ਸਾਰਦੂਲ ਦੀ ਨਿਆਈ ਸਤਿਗੁਰੂ ਮਹਾਰਾਜ ਹੈ। ਅਤੇ ਜਿੱਤਣ ਦਾ ਇਹਨੂੰ ਚਾਅ ਚੜ੍ਹਿਆ, ਹਿਰਨ ਨੂੰ ਭੇਜ ਦਿੱਤਾ ਵੰਗਾਰ ਕੇ ਮਛਿੰਦਰ ਨਾਥ ਨੂੰ, ਅਤੇ ਇਸ ਤਰ੍ਹਾਂ ਭੇਜਿਆ ਅਤੇ ਉਹ ਚੱਲ ਪਿਆ ਹੈ, ਚਲਾ ਗਿਆ ਹੈ ਹਿਰਨ। ਕਬਿਤ ਆਇਓ ਤਬ ਧਾਏ ਗੁਰੂ ਨਾਨਕ ਸੁਹਾਏ ਜਹਾਂ। ਤਦੋਂ ਬੜਾ ਦੌੜ ਕੇ ਹੀ ਆਇਆ, ਪਤਾ ਨਹੀਂ ਕੀ ਮੈਂ ਕਰ ਲੈਣਾ ਹੈ। ਗੁਰੂ ਨਾਨਕ ਜਿੱਥੇ ਸੋਭਨੀਕ ਸਨ ਬੈਠੇ ਹੋਏ। ਬਚਨ ਅਲਾਵਾ ਬਾਲੇ ਆਇਓ ਕੌਣ ਕਾਜ ਕੋ। ਬਚਨ ਕਿਹਾ ਹੇ ਬਾਲੇ, ਕਿਉਂਕਿ ਇਹਨਾਂ ਦੀ ਉਮਰ 200 ਸਾਲ 500 ਸਾਲ ਸੀ। ਜੋਗਾ ਅਭਿਆਸ ਦੀ ਹਠ ਯੋਗ ਦੇ ਨਾਲ ਇਹਨਾਂ ਨੇ ਸਵਾਸ ਰੋਕ ਕੇ ਉਮਰ ਵਧਾਈ ਹੋਈ ਸੀ, ਅਤੇ ਵੱਡੀ ਉਮਰ ਦਾ ਮਾਣ ਕਰਕੇ ਦੂਜਿਆਂ ਨੂੰ, ਆਮ ਜਿਹੜੇ ਮਾਤ ਲੋਕ ਦੇ ਰਹਿਣ ਵਾਲੇ ਜੀਵ ਮਨੁੱਖ, ਉਹਨਾਂ ਨੂੰ ਛੋਟੀ ਉਮਰ ਕਰਕੇ ਬਾਲੇ ਬੱਚੇ ਕਹਿੰਦੇ ਸਨ। ਹੰਕਾਰ ਨਾਲ ਇਹਨਾਂ ਨੇ ਬਚਨ ਕਿਹਾ ਮਹਾਰਾਜ ਜੀ ਨੂੰ ਵੀ ਹੇ ਬਾਲੇ ਨਾਨਕ ਤਪੇ, ਕਿਸ ਕੰਮ ਨੂੰ ਤੁਸੀਂ ਆਏ ਹੋਏ ਉੱਧਰ। ਸਕਤ ਸੋ ਰਾਖੋ ਕੇ ਦੋ ਨਾਹੀ ਮੋਹ ਸੋ ਵਾਕ ਕਹੋ। ਹਾਂ ਤੁਸੀਂ ਕੋਈ ਕਿਹੜੀ ਸ਼ਕਤੀ ਰੱਖਦੇ ਹੋ, ਤਾਕਤ ਅਥਵਾ ਨਹੀਂ ਰੱਖਦੇ, ਮੈਨੂੰ ਬਚਨ ਕਹੋ। ਸਾਚ ਹੀ ਬਖਾਨੋ ਇਹ ਬੋਲੀਏ ਨ ਪਾਜ ਕੋ। ਜੋ ਕੁਝ ਵੀ ਹੈ ਸੱਚੋ ਸੱਚ ਹੀ ਕਹੋ, ਇੱਥੇ ਬਿਲਕੁਲ ਵੀ ਝੂਠ ਨਾ ਬੋਲੀਏ। ਝੂਠ ਸੁਣਨ ਦੀ ਮੈਨੂੰ ਆਦਤ ਨਹੀਂ ਹੈ। ਆਗਾ ਚੱਲਿਓ ਚਾਹੇ ਜੋ ਤੋਂ ਲੀਜੈ ਉਪਦੇਸ਼ ਹਮ। ਜੇ ਤੁਸੀਂ ਅੱਗੇ ਚੱਲਿਆ ਚਾਹੁੰਦੇ ਹੋ
ਤੇ ਫਿਰ ਸਾਡਾ ਉਪਦੇਸ਼ ਲਈਏ। ਜੋਗ ਚਾਹੋ ਜੋਗ ਲੀਜੈ, ਨਾ ਤੋਂ ਲੀਜੈ ਰਾਜ ਕੋ। ਜੇ ਤੁਹਾਨੂੰ ਯੋਗ ਚਾਹੀਦਾ, ਭਾਵ ਯੋਗ ਦੇ ਸੰਬੰਧ ਵਿੱਚ ਉਪਦੇਸ਼ ਲੈਣਾ ਹੈ, ਤੇ ਉਹ ਯੋਗ ਦੇ ਸੰਬੰਧ ਵਿੱਚ ਉਪਦੇਸ਼ ਲੈ ਲਈਏ। ਅਗਰ ਯੋਗ ਨਹੀਂ ਲੈਣਾ ਤੇ ਤੁਸੀਂ ਰਾਜ ਭਾਗ ਲੈ ਲਈਏ, ਭਾਵ ਸਾਡੇ ਵਿੱਚ ਸ਼੍ਰੋਮਣੀ ਬਣ ਜਾਈਏ। ਜੇ ਕੋ ਨਾ ਮਾਨੈ ਬਾਤ ਮੇਰੀ ਦੇਖ, ਜੇ ਨਾ ਮਾਨੈ ਬਾਤ ਮੇਰੀ ਦੇਖੋ, ਨਾ ਕੁਸ਼ਲ ਤੇਰੀ। ਬੜਾ ਹੰਕਾਰ ਵਿੱਚ ਕਹਿਣ ਲੱਗਾ, ਇਹ ਨਾਨਕ ਤਾਪਾ, ਜੇ ਮੇਰੀ ਤੁਸੀਂ ਗੱਲਬਾਤ ਨਹੀਂ ਨਾ ਮੰਨੋਗੇ ਤੇ ਤੁਹਾਡੀ ਫਿਰ ਖੈਰ ਸੁੱਖ ਨਹੀਂ ਹੈ ਇੱਥੇ। ਕਹਾਂ ਟੇਰ ਟੇਰ ਹਟ ਜਾਈਆ ਚਾਹੇ। ਮੈਂ ਉੱਚੀ ਉੱਚੀ ਪੁਕਾਰ ਕੇ ਕਹਿਣਾ ਹਾਂ ਕਿ ਆਪ ਇੱਥੋਂ ਮੁੜ ਜਾਈਏ। ਚਾਹੋ ਲਾਜ ਕੋ, ਜੇ ਤੁਸੀਂ ਆਪਣੀ ਲਾਜ ਇੱਜ਼ਤ ਗੁਰੂ ਚਾਹੁੰਦੇ ਹੋ। ਗੁਰੂ ਮੁਸਕਾਨੋ ਮੁਖ ਬਚਨ ਬਖਾਨੇ ਜੋ। ਉਸ ਵੇਲੇ ਗੁਰੂ ਮੁਸਕਾਨੋ ਮੁਖ ਬਚਨ ਬਖਾਨੇ, ਗੁਰੂ ਮਾਰੇ ਮੁਸਕਰਾਏ ਮੁਖੋਂ ਬਚਨ ਕਹੇ। ਜੋ ਇੱਛਾ ਹੈ ਮਸ਼ਿੰਦਰ, ਸੋ ਮੰਗ ਨਿਜ ਲੀਜੀਏ। ਜੋ ਤੇਰੀ ਮਸ਼ਿੰਦਰਾ ਇੱਛਾ ਹੈ, ਚਾਹਨਾ ਹੈ, ਉਹ ਸਾਡੇ ਤੋਂ ਮੰਗ ਲਈਏ ਆਪ ਹੀ। ਤੋ ਕੋ ਬਖਸ਼ਾਏ ਕਰ ਤਾਰ ਤੇ ਦਿਵਾਏ। ਉਹ ਤੈਨੂੰ ਬਖਸ਼ਾ ਕੇ ਤੇਰੀ ਭੁੱਲ ਕਰਤਾਰ ਪਰਮੇਸ਼ਰ ਤੋਂ ਦਵਾ ਦਿਆਂਗੇ ਅਸੀਂ। ਪਰ ਬੋਲ ਕੈ ਬੁਕ ਬੋਲ ਬੋਲ, ਹਮ ਸੋਨਾ ਖੀਜੀਏ। ਪਰ ਆ ਜਿਹੜੇ ਕਬੋਲ ਜੇ ਬੋਲ ਕੇ ਆਵਾ ਤਾਵਾ ਜਾ ਬੋਲ ਕੇ ਸਾਡੇ ਨਾਲ ਨਾ ਖਿਜੀਏ, ਸਾਨੂੰ ਨਾ ਖਜਾਈਏ। ਜਹਾਂ ਲੱਗ ਚਾਹੇ ਤਾਹਾਂ ਤੀਕ ਹਮ ਜਾਹੇ। ਜਿੱਥੋਂ ਤੱਕ ਅਸੀਂ ਚਾਹਾਂਗੇ ਉੱਥੋਂ ਤੱਕ ਹੀ ਅਸੀਂ ਤਾਂ ਜਾਵਾਂਗੇ। ਔਰ ਤੇਰੇ ਕਹੇ ਹਟ ਨਾਹੇ ਸਾਚ ਜਿਉ ਭਤੀਜੀਏ। ਔਰ ਤੇਰੇ ਕਹੇ ਤੇ ਅਸੀਂ ਮੁੜ ਨਹੀਂ ਜਾਵਾਂਗੇ, ਮੁੜਾਂਗੇ ਨਹੀਂ, ਇਉਂ ਸੱਚੀ ਭਤੀਜ ਲਈਏ, ਯਕੀਨ ਕਰ ਲਈਏ, ਭਰੋਸਾ ਕਰ ਲਈਏ। ਰਾਜ ਨਹਿ ਲਿਓ ਉਪਦੇਸ਼ ਤੋ ਕੋ ਦਿਓ। ਅਬ ਕਹਿੰਦੇ ਆ ਵੀ ਰਾਜ ਤੇਰਾ ਕੋਈ ਰਾਜ ਭਾਗ ਅਸੀਂ ਨਹੀਂ ਲਵਾਂਗੇ, ਸਗੋਂ ਤੈਨੂੰ ਹੁਣ ਉਪਦੇਸ਼ ਦੇ ਕੇ ਜਾਵਾਂਗੇ। ਐਸੋ ਮੋ ਕੋ ਚੀਨ ਜੀ ਜਾਨੀਏ, ਸੋ ਗੀਚ ਕੀਜੀਏ। ਇਸ ਤਰ੍ਹਾਂ ਸਾਨੂੰ ਤੂੰ ਜਾਣ ਲਈਏ ਤੇ ਜੋ ਤੇਰੇ ਜੀ ਵਿੱਚ ਆਉਂਦੀ ਹੈ, ਜਾਣਦਾ ਸਹੀ, ਉਹ ਤੂੰ ਕਰ ਲਈਏ। ਐਸੇ ਸੁਨ ਬੈਨ ਰਿਸ ਕੀਨੀ, ਬਿਨ ਚੈਨ ਭਏ। ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਨਾ ਜਵਾਬ ਵਾਲੇ ਮਸ਼ਿੰਦਰ ਨਾਥ ਨੇ ਬੜਾ ਗੁੱਸਾ ਜਿਹਾ ਕੀਤਾ, ਬਿਨਾਂ ਚੈਨ ਤੋਂ ਹੋ ਗਿਆ, ਭਾਵ ਅਸ਼ਾਂਤ ਜਿਹਾ ਹੋ ਗਿਆ। ਆਰਨ ਦੋ ਨੈਣ ਮੁਖ ਬਚਨ ਬਖਾਨੀਆ। ਬਖਾਨੇ ਆ ਕੀ ਕਰਨਾ। ਆਰਨ ਦੋ ਨੈਣ ਮੁਖ ਬਚਨ ਬਖਾਨਿਆ। ਆਰਨ ਉਸ ਵੇਲੇ ਦੋਨੋਂ ਨੇਤਰੀ ਨੇ ਲਾਲੋ ਲਾਲ ਕਰ ਲਏ, ਖੂਨ ਵਰਗੇ, ਦੇ ਮੁਖੋਂ ਬਚਨ ਕਿਹਾ। ਕੇਤੇ ਦਿਨ ਰਾਤ ਸਵਾਸ, ਕੀਤੀ ਨਸਾ ਮਧ ਮਾਸ। ਨਾਨਕ ਤਾਬਾ ਜੀ, ਮੈਨੂੰ ਦੱਸੋ ਤੁਸੀਂ ਕੀ ਜਾਣਦੇ ਯੋਗ ਬਾਰੇ, ਵੀ ਅੱਗੇ ਜਾਵਾਂਗੇ ਆਪਣੀ ਮਰਜ਼ੀ ਨਾਲ। ਪਹਿਲਾਂ ਤੇ ਦੱਸੋ ਵੀ ਜਿਹੜੇ ਕਿਤਨੇ ਦਿਨ ਰਾਤ ਜਿਹੜਾ ਸਰੀਰ ਹੈ, ਤੇ ਇਹ ਸਰੀਰ ਵਿੱਚ ਕਿੰਨੇ ਦਿਨ ਰਾਤ 'ਚ ਮਨੁੱਖ ਸਵਾਸ ਲੈਂਦਾ ਹੈ, ਕਿੰਨੇ ਸਵਾਸ ਆਉਂਦੇ ਜਾਂਦੇ ਹੈ, ਤੇ ਕਿੰਨੀਆਂ ਜਿਹੜੀਆਂ ਇਸ ਮਾਸ ਦੇ ਵਿੱਚ ਨਾੜੀਆਂ ਹਨ ਵੱਡੀਆਂ। ਅੰਗੁਰੀ ਕੈ ਤਾਕ ਮੁਖ ਕੈਸੇ ਸੰਦ ਜਾਣਿਆ। ਪਰ ਇਹ ਵੀ ਦੱਸੋ ਕਿ ਮੁਖ ਦਾ ਜਿਹੜਾ ਦਰਵਾਜ਼ਾ ਹੈ, ਉਹ ਕਿੰਨੀਆਂ ਉਂਗਲਾਂ ਹੈ, ਤੇ ਕਿੰਨੇ ਸਰੀਰ ਵਿੱਚ ਜੋੜ ਹਨ ਹੱਡੀਆਂ ਦੇ। ਕੋਠੜੀ ਕੈ ਰੋਮ ਕੇਤੇ, ਪੱਲਵ ਕੈ ਤਿਲੀ ਕਹੋ। ਤੇ ਕੈਸੇ ਸੰਧ ਜਾਣੇ, ਕਿੰਨੇ ਜੋੜ ਹੈ। ਫਿਰ ਕੋਠੜੀ ਕੈ, ਇਸ ਸਰੀਰ ਵਿੱਚ ਕਿੰਨੀਆਂ ਕੋਠੜੀਆਂ ਹੈ, ਕਿੰਨੇ ਸਰੀਰ ਤੇ ਰੋਮ ਹੈ। ਪੱਲਵ ਕੈ ਤਿਲੀ ਕਹੋ, ਜਿਹੜੀ ਤਿੱਲੀ ਚਿੱਲੀ ਹੈ ਸਰੀਰ ਵਿੱਚ, ਉਹ ਕਿੰਨੀਆਂ ਉਂਗਲਾਂ ਹੈ। ਕਾਰਜਾ ਕੈ ਅੰਗੁਰੀ ਬਤਾਏ ਪਹਿਚਾਨਿਆ। ਤੇ ਕਾਲਜਾ ਕਿੰਨੀਆਂ ਉਂਗਲਾਂ ਹੈ, ਆਪ ਦੱਸੋ ਕੀ ਜਾਣਿਆ ਪਹਿਚਾਣਿਆ ਇਸ ਸੰਬੰਧ ਵਿੱਚ। ਦੇਹੀ ਕੋ ਬਿਰਤਾਂਤ ਕਹੋ, ਜੇ ਤੂੰ ਆਗਾ ਜਾਏ ਚਾਹੋ। ਇਸ ਤਰ੍ਹਾਂ ਤੁਸੀਂ ਦੇਹੀ ਦਾ ਪੂਰਾ ਖੋਲ ਕੇ ਪ੍ਰਸੰਗ ਕਹੋ, ਮੈਨੂੰ ਦੱਸੋ ਸਰੀਰ ਬਾਰੇ, ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ। ਭੂਲ ਜਾ ਹੈ ਕਹੋ, ਨਹਿ ਕਰੋ ਤੋਰ
ਭੂਲ ਜਹ ਕਹੋ ਨਹਿ ਕੋਰੋਂ ਤੋਰ ਹਾਨਿਆ। ਕਹਿੰਦਾ ਵੀ ਜੇ ਤੁਸੀਂ ਭੁੱਲ ਜਾਓਗੇ ਫਿਰ ਵੀ ਤੁਹਾਡੀ ਮੈਂ ਹਾਨੀ ਕਰਾਂਗਾ, ਜੇ ਨਹੀਂ ਕਹੋਗੇ ਫਿਰ ਵੀ ਤੁਹਾਡੀ ਹਾਨੀ ਕਰਾਂਗਾ। ਭਾਵ ਤੁਹਾਨੂੰ ਦੋਵੇਂ ਪਾਸੇ ਤੁਹਾਡੀ ਹਾਨੀ ਕਰਾਂਗਾ, ਤੁਹਾਨੂੰ ਜਿਹੜਾ ਟਿਕਣ ਨਹੀਂ ਦਿਆਂਗਾ। ਜੇ ਤੁਸੀਂ ਭੁੱਲ ਜਾਓਗੇ ਤਾਂ ਵੀ ਤੁਹਾਨੂੰ ਹਾਨੀ ਕਰਾਂਗਾ, ਜੇ ਨਹੀਂ ਕਹੋਗੇ ਜਵਾਬ ਦਿਓਗੇ ਨਹੀਂ ਫਿਰ ਵੀ ਤੁਹਾਡੀ ਹਾਨੀ ਕਰਾਂਗਾ। ਬਿੰਸਤ ਚਤੁਰ ਹੈ ਹਜ਼ਾਰ ਦਿਨ ਰਾਤ ਸਵਾਸ। ਗੁਰੂ ਮਹਾਰਾਜ ਕਹਿਣ ਲੱਗੇ ਵਿਸ਼ੇਂਦਰ ਨਾਥਾ ਤੂੰ ਸਾਡੀ ਹਾਨੀ ਕੀ ਕਰਨੀ ਹੈ। ਸੁਣ, ਇਹ ਸਰੀਰ ਵਿੱਚ ਇੱਕ ਪੂਰੇ ਦਿਨ ਵਿੱਚ ਭਾਵ 24 ਘੰਟਿਆਂ ਦੇ ਵਿੱਚ ਬਿੰਸਤ 20 ਤੇ ਚਤੁਰ 4 24,000 ਰਾਤ ਦਿਨ ਵਿੱਚ ਸਵਾਸ ਲੈਂਦਾ ਏ ਜੀਵ। 9 ਸੈ ਨਸਾ ਕੋਠੜੀ 72 ਪਰਮਾਨੀਏ। ਅੱਖਾਂ ਠੀਕ ਨਹੀਂ ਆ? 9 ਸੈ ਨਸਾ ਨਸ਼ਾ ਕੋਠੜੀ ਕਿੱਥੇ ਲਿਖਿਆ? 9 ਸੈ ਨਸ ਕੋਠੜੀ 72 ਪਰਮਾਨੀਏ। 900 ਜਿਹੜੀਆਂ ਨਸ ਕਹੀਏ ਨਾੜੀਆਂ ਹਨ ਸਰੀਰ ਵਿੱਚ ਅਸਥੂਲ, ਤੇ 72 ਕੋਠੜੀਆਂ ਜਿਹੜੀਆਂ ਮੰਨ ਲਈਏ ਸ਼ੇਸ਼ ਕਰਕੇ 72 ਘਰ ਇੱਕ ਪੁਰਖ ਸਮਾਇਆ, ਭਾਵ 72 ਕੋਠੜੀਆਂ ਸਰੀਰ ਵਿੱਚ। ਅੰਗੁਰੀ ਚਤੁਰ ਮੁਖ ਤਾਕ ਨੀਲਕੋਟ ਰੋਮ। ਤੇ ਜਿਹੜਾ ਮੁਖ ਦਾ ਦਰਵਾਜ਼ਾ ਉਹ 4 ਉਂਗਲਾਂ ਹੈ, ਤੇ ਰੋਮ ਸਰੀਰ ਦੇ ਕਰੋੜਾਂ ਹੀ ਨੀਲ ਭਾਵ ਅਸੰਖ ਬੇਅੰਤੀ ਹਨ। 16 ਸਹਿ ਸੰਧ ਤਿਲੀ ਪੱਲਵ 12 ਜਾਲੀਏ। ਐਵੇਂ ਜਿਹੜਾ ਹੈ ਜੋੜ ਸਰੀਰ ਦੇ ਵਿੱਚ 1600 ਹੈ, ਤਿੱਲੀ ਚਿੱਲੀ ਜਿਹੜੀ ਸਰੀਰ ਵਿੱਚ ਉਹ 12 ਉਂਗਲਾਂ ਜਾਣੀਏ। ਅੰਗੁਰੀ ਕਰੇ ਜੋ 8 ਐਸੋ ਦੇਹੀ ਠਾਠ ਸਭ। ਕਰੇ ਜੋ ਨਹੀਂ, ਅੰਗਰੀ ਕਰੇ ਜੋ। ਕਲੇਜਾ ਜਿਹੜਾ 8 ਉਂਗਲਾਂ ਹੈ, ਇਸ ਤਰ੍ਹਾਂ ਦੇਹੀ ਦਾ ਸਾਰਾ ਠਾਠ ਹੈ ਸਭ, ਇਸ ਤਰ੍ਹਾਂ ਦੇਹੀ ਦਾ ਸਾਜ ਬਾਜ ਬਣੀ ਹੈ ਦੇਹੀ। ਬੂਝ ਬੇਕੀ ਚਾਹੇ ਔਰ ਮੋਹੂ ਸੋ ਬਖਾਨੀਏ। ਵਿਸ਼ੇਂਦਰ ਨਾਤਾ ਜੇ ਪੁੱਛਣ ਦੀ ਤੈਨੂੰ ਹੋਰ ਕੋਈ ਚਾਹਨਾ ਹੈ ਤਾਂ ਉਹ ਸਾਡੇ ਤੋਂ ਪੁੱਛ ਲਈਏ, ਕਹਿ ਦਿਆਂਗੇ। ਗਜ ਦੰਤ ਮ੍ਰਿਗ ਸਿੰਘ ਡਰੈ ਨਾ ਡਰਾਏ ਤਾਂ ਕਿ। ਕਿਉਂਕਿ ਜਿਹੜਾ ਗਜ ਹਾਥੀ ਦੇ ਦੰਦ ਵੇਖ ਕੇ, ਮਿਰਗ ਹਿਰਨ ਦੇ ਸਿੰਘ ਵੇਖ ਕੇ ਡਰੇ ਨਾ ਡਰਾਏ ਤਾਂ ਕਿ ਉਹ ਉਹਨਾਂ ਦੇ ਇਵੇਂ ਡਰਾਇਆ ਕਦੀ ਡਰਦਾ ਨਹੀਂ ਹੈ ਸ਼ੇਰ। ਕਿਹਰੀ ਅਤੋਲ ਬਲ ਹੋਏ ਕਾਸੇ ਹਾਨੀਏ। ਜਿਹੜਾ ਕਿਹਰੀ ਸ਼ੇਰੋ ਤੋਲ ਬਲ ਵਾਲਾ ਹੈ ਤੇ ਤੋਲਣ ਤੋਂ ਰਹਿਤ ਬਲ ਵਾਲਾ, ਕਿਸ ਤਰ੍ਹਾਂ ਵੀ ਉਹਦੀ ਹਾਨੀ ਨਹੀਂ ਹੁੰਦੀ, ਉਹ ਡਰਦਾ ਨਹੀਂ ਹੈ, ਡਰਾਇਆ ਡਰਦਾ ਨਹੀਂ ਹੈ। ਭਾਵ ਹਾਥੀ ਦੇ ਦੰਦਾਂ ਵਰਗੇ ਤੁਹਾਡੀਆਂ ਰਿੱਧੀਆਂ ਸਿੱਧੀਆਂ ਹੈ, ਤੇ ਮ੍ਰਿਗ ਤੁਸੀਂ ਹਿਰਨ ਦੇ ਸਿੰਘਾਂ ਵਾਂਗੂ ਡਰਾਇਆ ਧਮਕਾਇਆ ਚਾਹੁੰਦੇ ਹੋ। ਇੱਧਰ ਜਿਹੜਾ ਬਲ ਕਿਹੜੀ ਸ਼ੇਰ ਵਰਗਾ, ਕਿਸੇ ਤਰ੍ਹਾਂ ਸਾਡੀ ਹਾਨੀ ਹੋ ਨਹੀਂ ਸਕਦੀ। ਸਿੱਧ ਲਾਇਓ ਚਾਹੈ ਨਹੀਂ ਲਗਤ ਸਕਤ ਕਛ। ਉਸ ਵੇਲੇ ਜਿਹੜਾ ਇਹ ਮਸ਼ਿੰਦਰ ਨਾਥ ਆਪਣੀ ਸਿੱਧੀ ਸ਼ਕਤੀ ਜੀ ਲਾਇਆ ਵਿਖਾਇਆ ਚਾਹੁੰਦਾ, ਪਰ ਇਹਦੀ ਸ਼ਕਤੀ ਕੋਈ ਲੱਗਦੀ ਨਹੀਂ ਮਹਾਰਾਜ ਉੱਪਰ। ਜੈਸੇ ਹੀ ਪਪੀਲ ਕਾ ਪਹਾੜ ਕੋ ਉਚਾਤ ਹੈ। ਇਹ ਤੇ ਇਸ ਤਰ੍ਹਾਂ ਜਿਵੇਂ ਕੀੜੀ ਪਹਾੜ ਨੂੰ ਚੁੱਕਣਾ ਚਾਹੁੰਦੀ ਹੋਵੇ, ਉਹ ਕਿਵੇਂ ਚੁੱਕ ਸਕਦੀ, ਚੁੱਕ ਨਹੀਂ ਸਕਦੀ। ਭਾਵ ਵੀ ਇਹ ਹੁਣ ਮਸ਼ਿੰਦਰ ਨਾਥ ਰਿੱਧੀ ਸਿੱਧੀ ਵਾਲਾ ਉੱਧਰ ਅਨੰਤ ਕਲਾ ਲੈ ਠਾਕਰ ਚੜ੍ਹਿਆ। ਕੀੜੀ ਦੀ ਨਿਆਈ ਦੀ ਰਿੱਧੀ ਸਿੱਧੀ, ਕੀੜੀ ਦੀ ਨਿਆਈ ਹੈ ਮਸ਼ਿੰਦਰ ਨਾਥ, ਪਹਾੜ ਦੀ ਨਿਆਈ ਸਤਿਗੁਰੂ ਜੀ ਦੀ ਕਲਾ, ਪਹਾੜ ਦੀ ਨਿਆਈ ਗੁਰੂ ਮਹਾਰਾਜ ਆਪ, ਕਿਵੇਂ ਚੁੱਕ ਸਕਦੀ ਹੈ ਮਸ਼ਿੰਦਰ ਨਾਥ ਕੀੜੀ ਪਹਾੜ ਨੂੰ। ਸਬੈ ਬਿਦ ਜੋਹੇ ਦੇਖ ਆਪ ਤੇ ਬਸੇਖ ਲੱਖ। ਸਭ ਤਰ੍ਹਾਂ ਨਾਲ ਮਹਾਰਾਜ ਜੀ ਨੂੰ ਆਪਣੇ ਤੋਂ ਵਿਸ਼ੇਸ਼ ਵੱਡਾ ਜਾਣ ਕੇ, ਤਾਕਤ ਵਾਲੇ ਜਾਣ ਕੇ ਦੇਖ ਕੇ ਲੱਜਤ ਹੋਵੈ ਹਟ ਜਾਤ ਹਿਰਦੈ ਪਛਤਾਤ ਹੈ। ਬੜਾ ਸ਼ਰਮਿੰਦਾ ਹੋਇਆ ਤੇ ਮੁੜ ਲੱਜਤ ਸ਼ਰਮਿੰਦਾ ਹੋਇਆ, ਹਟ ਗਿਆ, ਮੁੜ ਗਿਆ, ਹਿਰਦੇ ਵਿੱਚ ਬਹੁਤ ਪਛਤਾਉਂਦਾ ਹੈ। ਗੋਰਖ ਕੋ ਢਿਗ ਜਾਏ ਬਚਨ ਅਲਾਏ ਆਸੇ। ਗੋਰਖਨਾਥ ਦੇ ਕੋਲ ਚਲਾ ਗਿਆ ਤੇ ਇਸ ਤਰ੍ਹਾਂ ਇਹਨੇ ਬਚਨ ਕਹੇ। ਹਮ ਤੇ ਨਾ ਛੋਟੋ ਜੇ ਮਨ ਹਮ ਬਾਤ ਹੈ। ਗੋਰਖਨਾਥ ਉਹ ਸਾਡੇ ਤੋਂ ਗੁਰੂ ਨਾਨਕ ਤਾਪਾ ਛੋਟੇ ਨਹੀਂ ਹੈ ਵੀ ਜੋ ਸਾਡੀ ਗੱਲਬਾਤ ਮੰਨਣਗੇ। ਹਮ ਤੇ ਨਾ ਛੋਟੇ ਜੇ ਮਨ ਹਮ ਬਾਤ ਹੈ।
ਸਾਡੇ ਤੋਂ ਛੋਟੇ ਨਹੀਂ ਹੈ ਜਿਹੜੀ ਸਾਡੀ ਗੱਲਬਾਤ ਮੰਨਣਗੇ। ਹਮ ਉੱਚੇ ਅਤ ਬੋਲ ਪੜ ਉਹੀ ਪੜਾ ਉੱਚੇ ਅਤ ਬੋਲ ਉੱਚੇ ਅੱਤ ਬੋਲ ਬੋਲੇ ਮਨ ਤੇ ਨਾ ਡੋਲ ਡੋਲੇ ਕਬ। ਕੀ ਪਤਾ ਨਹੀਂ ਲੱਗਦਾ। ਉੱਚੇ ਅੱਤ ਬੋਲ ਹੈ, ਉੱਚੇ ਜਿਹੜੇ ਹੈ ਉਹਨਾਂ ਦੇ ਤੇ ਬਹੁਤ ਉੱਚੀ ਅਵਸਥਾ ਵਾਲੇ ਬੋਲ ਹੈ ਜੋ ਨਾ ਬੋਲੇ ਹੈ ਮਨ ਤੋਂ, ਉਹ ਕਦੀ ਨਹੀਂ ਡੋਲੇ ਨਾ ਡੋਲਣਗੇ। ਸਾਗਰ ਗੰਭੀਰ ਜਿਉ ਅਥਾਹ ਕਰਾਮਾਤ ਜਿਵੇਂ ਹੈ। ਸਾਗਰ ਸਮੁੰਦਰ ਬੜਾ ਡੂੰਘਾ ਹੁੰਦਾ ਇਵੇਂ ਉਹਨਾਂ ਵਿੱਚ ਅਥਾਹ ਨਿਰਹਲ ਡੂੰਘੀ ਤਗੜੀ ਕਰਾਮਾਤ ਹੈ। ਲੋਹੇਰੀ ਬੈਸਾ ਤਹ ਬੈਨ ਸੁਨ ਐਸਾ ਕਹਿ। ਉਸ ਵੇਲੇ ਲੋਹਾ ਰੀਪਾ ਸਿੱਧ ਵੀ ਪਾਸ ਹੀ ਬੈਠਾ ਹੋਇਆ ਸੀ। ਇਸ ਤਰ੍ਹਾਂ ਮਛਿੰਦਰ ਨਾਥ ਦੇ ਮੁਖ ਤੋਂ ਬਚਨ ਸੁਣ ਕੇ ਤੇ ਕਹਿਣ ਲੱਗਾ, ਦੇਖੋ ਸੋ ਕੈਸਾ ਮੋਕੋ ਆਇਸ ਉਚਾਰੀਏ। ਗੋਰਖਨਾਥ ਮਛਿੰਦਰ ਨਾਥ ਜੀ, ਆ ਮੈਨੂੰ ਆਪਣੀ ਆਗਿਆਚਾਰੀਏ ਕਹੀਏ ਮੈਂ ਵੀ ਜਾ ਕੇ ਦੇਖਾਂ ਕੈਸਾ ਉਹ ਨਾਨਕ ਤਪਾ। ਗੋਰਖ ਪ੍ਰਸਾਦ ਜਾਏ ਜੀਤੋਂ ਘਰ ਬਾਦ ਤਿਹ। ਗੋਰਖਨਾਥ ਜੀ ਤੁਹਾਡੀ ਕਿਰਪਾ ਨਾਲ ਮੈਂ ਜਾ ਕੇ ਜਿੱਤਾਂਗਾ ਉਹਨਾਂ ਨੂੰ ਚਰਚਾ ਨਾਲ। ਕਹਿ ਸਭ ਸਿੱਧ ਤਬ ਤੁਮ ਹੀ ਸਿਧਾਰੀਏ। ਸਾਰੇ ਸਿੱਧ ਤਦੋਂ ਕਹਿਣ ਲੱਗੇ, ਠੀਕ ਹੈ ਲੋਹੇ ਰੀਪਾ ਤੁਹਾਡੀ ਜੈ ਹੋਵੇ, ਤੁਸੀਂ ਚਲੇ ਜਾਓ। ਆਵਾ ਚੱਲ ਪਾਸ ਜਹਾਂ ਬੈਸੇ ਸੁਖ ਰਾਸ। ਉੱਥੇ ਚੱਲ ਕੇ ਆ ਗਿਆ ਜਿੱਥੇ ਮਹਾਰਾਜ ਸੁੱਖਾਂ ਦੀ ਰਾਸ ਬੈਠੇ ਹੋਏ ਸੀ। ਜਾਂ ਕੇ ਬਚਨ ਬਿਲਾਸ ਭਵ ਆਪਦਾ ਨਿਵਾਰੀਏ। ਜਿਨ੍ਹਾਂ ਸਤਿਗੁਰਾਂ ਦੇ ਬਚਨ ਬਿਲਾਸ ਕੌਤਕਾਂ ਨਾਲ ਹੀ ਸੰਸਾਰ ਦੇ ਸਾਰੇ ਬਿਪਤਾ ਜੰਮਣ ਮਰਨ ਦੀ ਬਿਪਤਾ ਦੂਰ ਹੋ ਜਾਂਦੀ ਹੈ। ਬਾਲੇ ਕੋ ਆਦੇਸ਼ ਮੁਸਕਾਨੇ ਗੁਰ ਦੇਖ। ਬਾਲੇ ਹੈ ਆਦੇਸ਼ ਮੁਸਕਾਨੇ ਗੁਰ ਦੇਖ। ਮਹਾਰਾਜ ਨੂੰ ਜਾ ਕੇ ਲੋਹਾ ਰੀਪਾ ਕਹਿਣ ਲੱਗਾ, ਏ ਬਾਲੇ ਉਮਰ ਦਾ ਵੱਡਾ ਸੀ ਨਾ, ਤੇ ਹੇ ਬਾਲੇ ਤੁਹਾਨੂੰ ਆਦੇਸ਼ ਨਮਸਕਾਰ ਹੈ। ਏਕੰਕਾਰ ਕੋ ਆਦੇਸ਼ ਆਓ ਬੈਸ ਜੋਗ ਕਾਰੀਏ। ਮੁਸਕਾਨੇ ਗੁਰ ਦੇਖ। ਗੁਰੂ ਮਹਾਰਾਜ ਜਦੋਂ ਇਹਨੇ ਕਿਹਾ ਬਾਲੇ ਹੈ ਆਦੇਸ਼ ਵੀ ਨਮਸਕਾਰ ਤੁਹਾਨੂੰ, ਤੇ ਮਹਾਰਾਜ ਜਿਹੜੇ ਹੈ ਸੱਚੇ ਪਾਤਸ਼ਾਹ ਮੁਸਕਰਾਏ ਦੇਖ ਕੇ ਇਹਦੇ ਵੱਲ ਤੇ ਕਹਿਣ ਲੱਗੇ ਇੱਕ ਓਂਕਾਰ ਕੋ ਆਦੇਸ਼। ਉਹ ਇੱਕ ਓਂਕਾਰ ਵਾਹਿਗੁਰੂ ਨੂੰ ਸਾਡੀ ਨਮਸਕਾਰ ਹੈ। ਜੋਗ ਨੂੰ ਕਰਨ ਵਾਲੇ ਸਿਆਣੇ ਲੋਹਾ ਰੀਪਾ ਆਓ ਬੈਠੋ। ਨਾਮ ਕੌਣ ਧਾਮ ਕੌਣ ਕੀਓ ਕਿਤ ਗੌਨ ਅਬ। ਮਹਾਰਾਜ ਨੂੰ ਕਹਿਣ ਲੱਗਾ ਤੁਹਾਡਾ ਨਾਮ ਕੀ ਹੈ, ਤੁਹਾਡਾ ਧਾਮ ਘਰ ਕਿੱਥੇ ਹੈ, ਕਿੱਧਰ ਨੂੰ ਹੁਣ ਤੁਸਾਂ ਨੇ ਚੱਲਣਾ ਕੀਤਾ ਹੈ। ਵੇਖ ਤੇਰੋ ਕੌਣ ਦੇਸ਼ ਕੌਣ ਹੈ ਬਤਾਈਏ। ਤੁਹਾਡਾ ਜਿਹੜਾ ਭੇਖ ਲਿਬਾਸ ਕਿਹੜਾ, ਕਿਹੜੇ ਪੰਥ ਵਿੱਚੋਂ ਹੈ, ਤੇ ਦੇਸ਼ ਕੌਣ ਤੁਹਾਡਾ, ਦੇਸ਼ ਇਲਾਕਾ ਕਿਹੜਾ ਦਸੀਏ। ਨਾਨਕ ਹੈ ਨਾਮ ਜਹਾਂ ਅਨਹਦ ਧੁਨ ਧਾਮ। ਮਹਾਰਾਜ ਕਹਿੰਦੇ ਸਾਡਾ ਨਾਮ ਹੈ ਲੋਹਾ ਰੀਪਾ ਨਾਨਕ ਦੇਵ, ਤੇ ਜਿੱਥੇ ਅਨਹਦ ਇੱਕ ਰਸ ਧੁਨੀ ਹੁੰਦੀ ਹੈ ਉਹ ਕੀ ਹੈ, ਧਾਮ ਕਹੀਏ ਉਹ ਹੈ ਸਾਡਾ ਘਰ। ਜਿੱਥੇ ਇੱਕ ਰਸ ਨਾਮ ਦੀ ਧੁਨੀ ਭਾਵ ਸਤਿਨਾਮ ਵਾਹਿਗੁਰੂ ਦੀ ਧੁਨੀ ਹੁੰਦੀ ਹੈ, ਉਹ ਕਿਹੜਾ ਘਰ, ਉਹ ਹੈ ਸਤਸੰਗ। ਸਤਸੰਗ ਜਿੱਥੇ ਸਤਿਨਾਮ ਵਾਹਿਗੁਰੂ ਦੀ ਇੱਕ ਰਸ ਧੁਨੀ ਆਵਾਜ਼ ਹੁੰਦੀ ਉਹ ਹੈ ਸਾਡਾ ਘਰ। ਜਾਵਾਂ ਕਰ ਤਾਰ ਸ਼ਾਮ ਸੁਖਦ ਸਹਾਈਏ। ਜੋ ਤੂੰ ਪੁੱਛਿਆ ਵੀ ਕਿੱਧਰ ਜਾਣਾ ਹੈ, ਕਰਤਾਰ ਵਾਹਿਗੁਰੂ ਦੀ ਸ਼ਰਨ ਅਸੀਂ ਜਾਵਾਂਗੇ ਜੋ ਸੁੱਖ ਦੇਣ ਵਾਲੀ ਸੋਭਨੀਕ ਹੈ। ਦੇਸ਼ ਹੈ ਬੇਗਮਪੁਰ ਵੇਖ ਏਕੰਕਾਰੀ ਮੋਰ। ਸਾਡਾ ਦੇਸ਼ ਹੈ ਬੇਗਮਪੁਰਾ ਭਾਵ ਸੱਚਖੰਡ। ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਭਾਵ ਬੇਗ ਜਿੱਥੇ ਕੋਈ ਗਮ ਸੋਗ ਨਹੀਂ ਹੈ ਉਹ ਹੈ ਸੱਚਖੰਡ ਹੀ ਹੈ। ਸੱਚਖੰਡ ਸਾਡਾ ਦੇਸ਼ ਇਲਾਕਾ ਹੈ। ਭੇਖ ਸਾਡਾ ਏਕੰਕਾਰੀ ਹੈ। ਭਾਵ ਸਾਡਾ ਜੋ ਭੇਖ ਲਿਬਾਸ ਜੋ ਵਾਹਿਗੁਰੂ ਵੱਲੋਂ ਮਿਲਿਆ ਹੋਇਆ ਹੈ, ਭਾਵ ਸਾਬਤ ਸੂਰਤ ਹਾਂ ਅਸੀਂ, ਸਾਬਤ ਸੂਰਤ ਦਸਤਾਰ ਸਿਰਾ। ਜਿਵੇਂ ਵਾਹਿਗੁਰੂ ਨੇ ਸਾਨੂੰ ਰੋਮ ਸਰੀਰ ਦੇ ਬਖਸ਼ੇ ਹੈ, ਸਰੀਰ ਦੀ ਬਣਤਰ ਉਸੇ ਤਰ੍ਹਾਂ ਹੀ ਹੈ ਤੁਹਾਡੇ ਵਾਂਗ ਨਹੀਂ ਵੀ ਮੁੱਛਾਂ ਦਾੜਾ ਵੱਡਾ ਸਿਰ 'ਚ ਟੋਟਰਾਂ ਉੱਦਾਂ ਹੀ ਕੱਢੀਆਂ ਹੋਈਆਂ ਹੈ। ਕੈਂਚੀ ਵਾਲਾ ਸਾਡਾ ਭੇਖ ਨਹੀਂ ਹੈ।
ਇੱਕ ਓਂਕਾਰ ਦਾ ਬਖਸ਼ਿਆ ਹੋਇਆ ਪੂਰਾ ਸਾਡਾ ਭੇਖ ਲਿਬਾਸ ਹੈ ਜੋ ਉਸਨੇ ਦਿੱਤਾ ਹੈ। ਬੂਝਬੇ ਕੀ ਚਾਹੇ ਔਰ ਸੋ ਮਹਾਰਾਜ ਲਾਈਏ। ਕਹਿੰਦੇ ਪੁੱਛਣ ਦੀ ਲੋਹਾਰੀ ਪਾ ਤੇਰੇ ਰਿਦ ਚ ਹੋਰ ਚਾਹਨਾ ਤੂੰ ਸਾਡੇ ਕੋਲ ਪੁੱਛ ਲਈਏ ਤੇ ਉਹ ਸਾਨੂੰ ਕਹਿ ਦਈਏ। ਆਵਤ ਹੋ ਧਾਏ ਮਤ ਸਰ ਰੋਗ ਕਿਉਂਕਿ ਕਾਏ। ਤੁਸੀਂ ਦੌੜ ਕੇ ਸਾਡੇ ਪਾਸ ਆਉਂਦੇ ਹੋ। ਕਦੀ ਤੁਹਾਡਾ ਗੁਰੂ ਗੋਰਖਨਾਥ ਮਛੇਂਦਰਨਾਥ ਹੁਣ ਤੂੰ ਲੋਹਾਰੀ ਪਾ ਗਿਆ ਦੌੜ ਕੇ ਆਉਂਦੇ ਹੋ ਤੇ ਤੁਹਾਡੇ ਸਰੀਰ ਵਿੱਚ ਮਤਸਰ ਕਹੀਏ ਈਰਖਾ ਦਾ ਰੋਗ ਭਰਿਆ ਬੇਅੰਤ। ਤਾਂ ਕੋ ਉਪਚਾਰ ਕੀਜੈ ਜੋਗ ਨਾ ਲਜਾਈਏ। ਉਸ ਦਾ ਤੁਸੀਂ ਉਪਚਾਰ ਇਲਾਜ ਕਰੀਏ ਈਰਖਾ ਦੇ ਰੋਗ ਦਾ। ਐਵੇਂ ਜੋਗ ਨੂੰ ਲਾਜ ਨਾ ਲਾਈਏ, ਜੋਗ ਨੂੰ ਸ਼ਰਮਸ਼ਾਰ ਨਾ ਕਰੀਏ। ਖਾਏ ਰਿਸ ਬੋਲਿਓ ਜੋਗ ਓਜ ਝਕ ਝੋਲਿਓ ਨਿਜ। ਉਸ ਵੇਲੇ ਗੁੱਸਾ ਜਾ ਖਾ ਕੇ ਲੋਹਾਰੀ ਭਾ ਬੋਲਿਆ ਆਪਣੇ ਜੋਗ ਦਾ ਬਲ ਤਾਕਤ ਜੀ ਨੂੰ ਝਕਝੋਲਿਆ ਹਲੂਣਿਆ ਲਾਇਆ ਜ਼ੋਰ ਜਿਹਾ। ਕੇਤੇ ਚੱਕਰ ਭੇਦੇ ਕੇਤੀ ਪਾਂਖੁਰੀ ਹੈ ਤਾਹੇ ਕੀ। ਮਹਾਰਾਜ ਜੀ ਨੂੰ ਸੁਣਾ ਕੇ ਕਹਿਣ ਲੱਗਾ ਵੀ ਆਕੜਾ ਸਰੀਰ ਵਿੱਚ ਕਿੰਨੇ ਚੱਕਰ ਹੈ ਤੇ ਕਿੰਨੇ ਚੱਕਰ ਆਪ ਜੀ ਨੇ ਭੇਦੇ ਵਿੰਨੇ ਹੈ ਤੇ ਕੇਤੀ ਪੰਖਰੀ ਹੈ ਤਾਂ ਉਹ ਚੱਕਰਾਂ ਦੀਆਂ ਸਰੀਰ ਵਿੱਚ ਕਿੰਨੀਆਂ ਚੱਕਰ ਹੈ ਕਿੰਨੇ ਵਿੰਨੇ ਹੈ ਕਿੰਨੀਆਂ ਉਹਨਾਂ ਦੇ ਵਿੱਚ ਪੰਖੜੀਆਂ ਹੈ। ਦੇਹ ਕੀਤੀ ਪੌਣ ਤ੍ਰਿਪਤਾਵੈ ਧਾਰ ਕੌਣ। ਤੇ ਦੇਹ ਜਿਹੜੀ ਹੈ ਸਰੀਰ ਵਿੱਚ ਕਿੰਨੇ ਤਰ੍ਹਾਂ ਦੀ ਪੌਣ ਪ੍ਰਾਣ ਹੈ ਤੇ ਉਹ ਕਿਹੜੀ ਧਾਰ ਹੈ ਜਿਸ ਨੂੰ ਚੱਖ ਕੇ ਜੋਗਾ ਅਭਿਆਸੀ ਤ੍ਰਿਪਤਾਵੇ ਰਜਿਆ ਰਹਿੰਦਾ ਹੈ। ਔਰ ਪੰਜ ਤਤ ਕਹੋ ਜੋ ਰਖੀਕ ਪੰਜ ਜਾਹੇ ਕੀ। ਔਰ ਪੰਜ ਤਤ ਵੀ ਕਹੋ ਜਿਨ੍ਹਾਂ ਦੀਆਂ ਪੰਜ ਇੰਦਰੀਆਂ ਹਨ। ਗੁਣ ਔ ਸੁਭਾਏ ਸਭ ਤਤਨ ਕੇ ਕਹੋ ਅਬ। ਫਿਰ ਉਹ ਤੱਤਾਂ ਦੇ ਗੁਣ ਤੇ ਸੁਭਾਅ ਸਾਰੇ ਤੱਤਾਂ ਦੇ ਤੁਸੀਂ ਕਹੋ ਹੁਣ। ਪ੍ਰਥਕ ਪ੍ਰਕ੍ਰਿਤ ਬਿਦ ਸਭੈ ਦੇਹ ਮਾਹੇ ਕੀ। ਫਿਰ ਵੱਖਰੀਆਂ ਤੱਤਾਂ ਦੀਆਂ ਪ੍ਰਕਿਰਤੀਆਂ ਤੁਸੀਂ ਕਹੋ ਅੱਡੋ ਅੱਡ ਤੇ ਸਾਰੇ ਦੇਹ ਦੇ ਵਿੱਚ ਜਿਹੜੀਆਂ ਕਿੰਨੀਆਂ ਪ੍ਰਕਿਰਤੀਆਂ ਹਨ। ਉੱਤਰ ਬਤਾਵੋ ਤੋ ਆਰ ਚੱਲ ਜਾਵੋ ਤੁਮ। ਪਹਿਲਾਂ ਤੁਸੀਂ ਜਿਹੜਾ ਹੈ ਸਾਨੂੰ ਇਸ ਸਰੀਰ ਦੀ ਬਣਤ ਬਾਰੇ ਉੱਤਰ ਦੱਸੋ ਤਾਂ ਤੁਸੀਂ ਆਰ ਪਾਰ ਚਲੇ ਜਾਣਾ ਅੱਗੇ ਚਲੇ ਜਾਣਾ। ਨਾ ਤੋ ਉਪਦੇਸ਼ ਲੀਜੈ ਤਜੋ ਮਤ ਕਾਹੇ ਕੀ। ਆਦਿ ਥਾਂ ਆਗੇ ਪਾਠ ਵੀ ਉੱਤਰ ਬਤਾਓ ਤਉ ਆਗੇ ਚੱਲ ਜਾਓ ਤੁਮ ਫਿਰ ਤੁਸੀਂ ਅੱਗੇ ਚੱਲ ਜਾਣਾ। ਨਾ ਤੋ ਉਪਦੇਸ਼ ਲੀਜੈ ਤਜੋ ਮਤ ਕਾਹੇ ਕੀ। ਨਹੀਂ ਤਾਂ ਸਾਡਾ ਜੋਗੀਆਂ ਦਾ ਯੋਗ ਦਾ ਅਭਿਆਸ ਦਾ ਉਪਦੇਸ਼ ਲੈ ਲਈਏ ਭਾਵ ਸਾਡੀ ਪੰਥ ਵਿੱਚ ਆ ਜਾਈਏ। ਹੋਰ ਜਿਹੜੀ ਕਿਸੇ ਦੀ ਤੁਸਾਂ ਨੇ ਮੱਤ ਲਈ ਹੈ ਹੋਰ ਕਿਸੇ ਦੇ ਸਿਧਾਂਤ ਭੇਖ ਨੂੰ ਮੰਨਿਆ ਉਹ ਛੱਡ ਦਿਓ। ਮੂਲ ਕੋ ਕਮਲ ਦਲ ਚਾਰ ਹੈ ਅਮਲ ਲਾਲ। ਉਸ ਵੇਲੇ ਮਹਾਰਾਜ ਬੋਲੇ ਹੈ ਵੀ ਲੋਹਾਰੀ ਪਾ ਪਹਿਲਾ ਹੈ ਜਿਹੜਾ ਹੈ ਚੱਕਰ ਉਹ ਹੈ ਮੂਲਾਧਾਰ ਚੱਕਰ ਜੋ ਗੁਦਾ ਦੇ ਵਿੱਚ ਹੈ ਜਿੱਥੇ ਲੈਟਰਨ ਦੀ ਕਿਰਿਆ ਉਹਦੇ ਮੁੱਢ ਦੇ ਵਿੱਚ ਮੂਲਾਧਾਰ ਚੱਕਰ ਹੈ ਤੇ ਜਿਸ ਦੇ ਵਿੱਚ ਊਰਧ ਮੁੱਖ ਕਮਲ ਹੈ ਜਿਹਦੀਆਂ ਚਾਰ ਪੱਤਰੇ ਹੈ ਦਲ ਚਾਰ ਪੱਤਰੇ ਹੈ ਅਮਲ ਲਾਲ ਉਜਲ ਰੰਗ ਦਾ ਹੈ ਉਹ ਕਮਲ ਉਜਲ ਤੇ ਲਾਲ ਰੰਗ ਦਾ ਕਮਲ ਹੈ। ਨਾਭ ਤਲੇ ਖਟ ਦਲ ਪੀਰੋ ਰੰਗ ਜਾਨੀਏ। ਕਮਲ ਉਜਲ ਚਿੱਟਾ ਕਹਿ ਲਓ ਜਾਂ ਅਮਲ ਮੈਲ ਤੋਂ ਰਹਿਤ ਲਾਲ ਰੰਗ ਦਾ ਕਮਲ ਹੈ ਜਿਹਦੇ ਚਾਰ ਪੰਖੜੇ ਮੂਲਾਧਾਰ ਵਿੱਚ ਮੂਲਾਧਾਰ ਸਥਾਨ ਗੁਦਾ ਵਿੱਚ ਉਹਦਾ ਨਿਵਾਸ ਹੈ ਪਹਿਲੇ ਚੱਕਰ ਦਾ ਜਿਸ ਵਿੱਚ ਜਿਹੜਾ ਹੈ ਗਣੇਸ਼ ਦਾ ਵਾਸਾ ਹੈ। ਨਾਭ ਮੈਂ ਦਸਮ ਦਲ ਨੀਲੋ ਰੰਗ ਸੋਹੈ ਜਾਂ ਕੋ। ਆਗੇ ਨਹੀਂ ਪੜਨਾ। ਨਾਭ ਤਲੇ ਖਟ ਦਲ ਪੀਰੋ ਰੰਗ ਜਾਨੀਏ। ਫਿਰ ਨਾਭੀ ਥੱਲੇ ਭਾਵ ਨਾਭੀ ਥੱਲੇ ਇੱਥੇ ਉਪਸਥ ਵਾਲੇ ਸਥਾਨ ਤੇ ਸਵਾਦਿਸ਼ਠਾਨ ਚੱਕਰ ਜਿਹਨੂੰ ਕਿਹਾ ਜਾਂਦਾ ਲਿੰਗ ਵਿੱਚ ਇਹਦੇ ਜਿਹੜਾ ਇਹ ਲਾਲ ਰੰਗ ਦਾ ਹੈ ਬ੍ਰਹਮਾ ਦਾ ਵਿੱਚ ਨਿਵਾਸ ਹੈ
ਛੇ ਪੰਖੜੀਆਂ ਵਾਲਾ ਪੀਲਾ ਉਹਦਾ ਰੰਗ ਜਾਣ ਲਈਏ। ਨਾਭ ਮੈਂ ਦਸਮ ਦਲ ਨਾਭ ਮੈਂ ਦਸਮ ਦਲ ਨੀਲੋ ਰੰਗ ਸੋਹੈ ਜਾਂ ਕੋ। ਨਾਭੀ ਵਿੱਚ ਜਿਹੜਾ ਹੈ ਉਹ ਹੈ ਮਣੀਪੂਰਕ ਚੱਕਰ, ਵਿਸ਼ਨੂੰ ਜੀ ਦਾ ਨਿਵਾਸ ਹੈ। 10 ਪੰਖੜੀਆਂ ਵਾਲਾ ਨੀਲਾ ਰੰਗ ਜਿਹਦਾ ਸੋਭਨੀਕ ਹੈ। ਹਿਰਦੇ ਦਲ ਦਵਾਦਸ਼ ਕੋ ਸੇਤ ਪਹਿਚਾਨੀਏ। ਤੇ ਹਿਰਦੇ ਵਿੱਚ ਹੈ ਅਨਾਹਤ ਚੱਕਰ, ਉਹ ਅਨਾਹਤ ਚੱਕਰ ਹੈ ਹਿਰਦੇ ਵਿੱਚ। ਤੇ ਜਿਸ ਵਿੱਚ ਅਨਾਹਤ ਚੱਕਰ 'ਚ ਸ਼ਿਵ ਜੀ ਦਾ ਨਿਵਾਸ ਹੈ। ਹਿਰਦੇ ਦਲ ਦਵਾਦਸ਼ 12 ਪੰਖੜੀਆਂ ਦਾ ਹੈ ਕਮਲ, ਚਿੱਟਾ ਰੰਗ ਦਾ ਹੈ, ਚਿੱਟੇ ਰੰਗ ਦਾ ਕਮਲ ਹੈ। 12 ਪੰਖੜੀਆਂ ਸ਼ਿਵ ਜੀ ਦਾ ਨਿਵਾਸ ਹੈ, ਪਹਿਚਾਨ ਲਈਏ। ਕੰਠ ਕੋ ਕਮਲ ਦਲ 16 ਹੈ ਅਮਲ ਭੇਦ। ਕੰਠ ਜੋ ਗਲ ਹੈ, ਗਲ ਵਿੱਚ ਹੈ ਵਿਸੁੱਧ ਚੱਕਰ, ਤੇ ਜਿਸ ਵਿੱਚ ਜੀਵ ਦਾ ਨਿਵਾਸ ਹੈ। ਸੁੱਧ ਚੱਕਰ ਹਾਂ ਪੜੋ। ਕੰਠ ਕੋ ਕਮਲ ਦਲ 16 ਹੈ ਅਮਲ ਭੇਦ। ਕੰਠ ਵਿੱਚ ਹੈ ਵਿਸੁੱਧ ਚੱਕਰ ਤੇ ਕਮਲ ਦੇ ਪੱਤਰੇ ਹੈ 16। ਅਮਲ ਚਿੱਟੇ ਰੰਗ ਦਾ ਕਮਲ ਹੈ। ਜੀਵ ਦਾ ਵਿੱਚ ਨਿਵਾਸ ਹੈ। ਇਸ ਤਰ੍ਹਾਂ ਭੇਦ ਹੈ। ਤ੍ਰਿਕੁਟੀ ਮੈਂ ਦੋਏ ਦਲ ਧਾਮ ਸੁਖ ਦਾਲੀਏ। ਤ੍ਰਿਕੁਟੀ ਇੱਥੇ ਅਪਰਵੱਟਿਆਂ ਦੇ ਵਿਚਕਾਰ ਨੱਕ ਤੋਂ ਉੱਪਰ, ਇੱਥੇ ਹੈ ਆਗਿਆ ਚੱਕਰ। 2 ਕਮਲ ਜਿਹੜਾ ਹੈ 2 ਪੱਤਰਿਆਂ ਦਾ ਹੈ, ਜੋ ਸੁੱਖਾਂ ਦਾ ਘਰ ਹੈ, ਗੁਰੂ ਦਾ ਇੱਥੇ ਨਿਵਾਸ ਹੈ। ਭੇਦ ਇਨ ਜਾਏ ਖਟ ਚੱਕਰ ਜੋ ਅਲਾਏ। ਜਿਹੜਾ ਇਹਨਾਂ 6 ਚੱਕਰਾਂ ਨੂੰ ਪੂਰਕ ਕੁੰਭਕ ਰੇਚਕ ਦੇ ਰਾਹੀਂ ਵਿੰਨ ਜਾਏ, ਭਾਵ ਪੂਰਕ ਕੁੰਭਕ ਰੇਚਕ ਕਰੇ। ਭੁਜੰਗਮਾ ਨਾੜੀ ਜੋ ਪਿੱਠ ਦੇ ਪਿੱਛੇ ਹੈ, 3.5 ਵਾਲ ਮਾਰ ਕੇ ਬੈਠੀ ਹੋਈ, ਸੂਰਜ ਦੀ ਸੁਰ ਰਾਹੀਂ ਜਿਹੜਾ ਹੈ ਉਹਦੇ ਵਿੱਚੋਂ ਮਿੱਝ ਜਿਹੜੀ ਕੱਢ ਕੇ, ਜਦੋਂ ਭੁਜੰਗਮਾ ਨਾੜੀ ਉਹ ਸੂਰਜ ਦੀ ਸੁਰ ਰਾਹੀਂ ਪੂਰਕ ਕੁੰਭਕ ਰੇਚਕ ਦੇ ਰਾਹੀਂ ਓਮ ਜਾਂ ਸੋਹੰ ਸੁੰਗ ਦਾ ਜਾਪ ਕਰਕੇ ਤੇ 6 ਚੱਕਰਾਂ ਨੂੰ ਵਹਿੰਦੀ ਹੋਈ ਸਿੱਧੀ ਐ ਕਾਨੇ ਵਾਂਗ, ਜਿਵੇਂ ਰਬੜ ਵਿੱਚ ਫੂਕ ਭਰ ਦਈਏ ਤੇ ਉਹ ਸਿੱਧੀ ਹੋ ਜਾਂਦੀ, ਐਵੇਂ ਇਹ ਭੁਜੰਗਮਾ ਨਾੜੀ ਸਿੱਧੀ ਹੋ ਜਾਂਦੀ। 6 ਚੱਕਰਾਂ ਨੂੰ ਵਿੰਨ ਕੇ ਸਿੱਧੀ ਇੱਥੇ ਸੁਖਮਣਾ ਨਾੜੀ ਤ੍ਰਿਕੁਟੀ ਦੇ ਵਿੱਚ ਆ ਕੇ ਸਿੱਧੀ ਖੜੀ ਹੋ ਜਾਂਦੀ। ਉਹਦੇ ਰਾਹੀਂ ਦਸਮ ਸਵਾਸ ਜਿਹੜੇ ਟਿਕਾਏ ਜਾਂਦੇ। ਜਿਵੇਂ ਮਹਾਰਾਜ ਕਹਿੰਦੇ ਵੀ ਇਹਨਾਂ 6 ਚੱਕਰਾਂ ਜੋ ਭਿੰਨ ਜਾਏ ਵਿੰਨ ਜਾਏ, ਜੋ ਖਟ ਚੱਕਰ 6 ਚੱਕਰ ਕਹੇ ਐ। 10 ਦੁਆਰ ਠਹਿਰਾਏ ਥਾਏ ਐਸੀ ਬਿਦ ਮਾਨੀਏ। 10 ਦੁਆਰ ਠਹਿਰਾਏ ਬਾਏ ਐਸੀ ਬਿਦ ਮਾਨੀਏ। ਇਸ ਤਰ੍ਹਾਂ ਜਿਹੜੀ 10ਵਾਂ ਦੁਆਰ ਵਿੱਚ ਪਾਉਣ ਠਹਿਰਾਏ ਟਕਰਾਏ ਸਵਾਸ, ਇਸ ਤਰ੍ਹਾਂ ਮੰਨੀਏ, ਇਸ ਤਰ੍ਹਾਂ ਮੰਨ ਲਈਏ। 10ਵਾਂ ਦੁਆਰ ਵਿੱਚ ਸਵਾਸ ਟਿਕ ਜਾਂਦੇ, ਇਸ ਤਰ੍ਹਾਂ ਮੰਨ ਲਈਏ। 6 ਚੱਕਰ ਵਿੰਨੇ ਜਾਂਦੇ। ਪੌਣ 10 ਸੁਨੋ ਨਾਮ ਪ੍ਰਾਨ ਹੈ ਅਪਾਨ ਦੋ। ਇਸ ਤਰ੍ਹਾਂ ਮਹਾਰਾਜ ਜੀ ਨੇ ਜਿਹੜਾ ਹੈ
ਛੇ ਚੱਕਰ ਬਾਰੇ ਦੱਸਿਆ, ਕਮਲ ਦੇ ਪੱਤਰ ਇਹ ਦੱਸੇ ਕਿੱਥੇ ਕਿਹਦਾ ਨਿਵਾਸ ਹੈ। ਹੁਣ ਮਹਾਰਾਜ ਦੱਸ ਰਹੇ ਲੋਹਾਰੀ ਪਾਜੂ ਪੌਣ ਪੁੱਛੀ ਵੀ ਕਿੰਨੇ ਪ੍ਰਕਾਰ ਦੀ ਸਰੀਰ ਵਿੱਚ ਹੈ। ਗੁਰੂ ਮਹਾਰਾਜ ਕਹਿੰਦੇ ਪੌਣ 10 ਪ੍ਰਕਾਰ ਦੀ ਪੌਣ ਹੈ। ਉਹਨਾਂ ਦੇ ਨਾਮ ਵੀ ਸੁਣੋ। ਪਹਿਲੀ ਹੈ ਪ੍ਰਾਣ ਪੌਣ, ਦੂਸਰੀ ਹੈ ਅਪਾਨ। ਜਾਨੀਏ ਸਮਾਨ ਉਦਿਆਨ ਹੈ ਪਬਿਆਨ ਸੋ। ਬਿਆਨ ਸੋ। ਤੀਸਰੀ ਹੈ ਸਮਾਨ, ਚੌਥੀ ਹੈ ਉਦਿਆਨ, ਪੰਜਵੀਂ ਹੈ ਬਿਆਨ। ਨਾਗ ਔਰ ਕੂਰਮ ਕ੍ਰਿਕਲ ਦੇਵ ਦਤ ਲਖੋ। ਛੇਵੀਂ ਹੈ ਨਾਗ, ਸੱਤਵੀਂ ਹੈ ਕੂਰਮ, ਅੱਠਵੀਂ ਹੈ ਕ੍ਰਿਕਲ, ਨੌਵੀਂ ਹੈ ਦੇਵਦੱਤ। ਦਸਵੀਂ ਧਨੰਜੈ ਨਾਮ ਕਰਤ ਬਖਾਨ ਸੋ। ਦਸਵੀਂ ਜਿਹੜੀ ਹੈ ਧਨੰਜੇ ਪੌਣ, ਤੇ ਇਸ ਤਰ੍ਹਾਂ ਨਾਮ ਜਿਹੜੇ ਕਥਨ ਕਰਦੇ ਹਾਂ। ਪ੍ਰਾਨ ਰਹਾ ਹਿਰਦੈ ਮਾਹੇ ਗੁਦਾ ਮੈਂ ਅਪਾਨ ਜਾਨ। ਮਹਾਰਾਜ ਕਹਿੰਦੇ ਸੁਣੋ ਵੀ ਹੁਣ ਕਿਹੜੀ ਪ੍ਰਾਣ ਕਿੱਥੇ ਨਿਵਾਸ ਕਰਦੀ। ਜਿਹੜੀ ਪਹਿਲੀ ਹੈ ਪ੍ਰਾਣ ਪੌਣ ਉਹ ਹਿਰਦੇ ਵਿੱਚ ਨਿਵਾਸ ਕਰਦੀ, ਉੱਥੇ ਰਹਿੰਦੀ ਹੈ। ਗੁਦਾ ਜਿਹੜੀ ਲੈਟਰਨ ਵਾਲਾ ਸਥਾਨ, ਇੱਥੇ ਅਪਾਨ ਜਾਣ ਲੈ। ਭਾਵ ਜਿਹੜੀ ਲੈਟਰਨ ਦੀ ਕਿਰਿਆ ਹੁੰਦੀ ਹੈ ਉਹ ਪਾਣ ਪਾਉਣ ਦੇ ਰਾਹੀਂ ਹੁੰਦੀ ਹੈ ਜਾਣ। ਨਾਭ ਮੈਂ ਸਮਾਨ ਕੰਠ ਬਿਖੈ ਉਦਿਆਨ ਸੋ। ਨਾਭੀ ਦੇ ਵਿੱਚ, ਧੁਨੀ ਦੇ ਵਿੱਚ ਸਮਾਨ ਪਾਉਣ ਰਹਿੰਦੀ ਹੈ, ਸਮਾਨ ਪਾਉਣ ਰਹਿੰਦੀ ਹੈ। ਕੰਠ ਦੇ ਵਿੱਚ, ਗਲੇ ਦੇ ਵਿੱਚ ਉਦਿਆਨ। ਵਿਆਪਕ ਬਿਆਨ ਤਨ ਨਾਗ ਉਦਗਾਰ ਕਰੈ। ਜਿਹੜੀ ਬਿਆਨ ਪਾਉਣ ਉਹ ਸਾਰੇ ਸਰੀਰ ਵਿੱਚ ਹੀ ਵਿਆਪਕ, ਸਾਰੇ ਸਰੀਰ 'ਚ ਹੀ ਕਿਰਿਆ ਕਰਦੀ ਹੈ। ਨਾਗ ਪਾਉਣ ਉਦਗਾਰ ਕਰੇ, ਇਹ ਡਕਾਰ ਲਿਆਉਂਦਾ ਕੰਮ ਕਰਦੀ। ਜਿਹੜਾ ਡਕਾਰ ਆਉਂਦਾ ਨਾਗ ਪਾਉਣ ਦੇ ਰਾਹੀਂ ਆਉਂਦਾ ਹੈ। ਕੂਰਮ ਸੁਲੋਚਨਾ ਕੀ ਪਲਕ ਖੁਲਾਨਕ ਸੋ। ਕੂਰਮ ਜਿਹੜੀ ਪਾਉਣ ਉਹ ਨੇਤਰਾਂ ਦੀ ਪਲਕਾਂ ਨੂੰ ਖੁਲਾਉਣ ਦਾ ਕਿਰਿਆ ਕਰਦੀ ਹੈ। ਕ੍ਰਿਕਲ ਉਪਾਏ ਸ਼ਿਕ ਦੇਵ ਦਤ ਜੰਬਣੇ ਕੀ। ਕ੍ਰਿਕਲ ਪਾਉਣ ਜਿਹੜੀ ਹੈ ਉਹ ਛਿੱਕ ਪੈਦਾ ਕਰਦੀ ਹੈ। ਦੇਵ ਦਤ ਉਹ ਬਾਸੀ ਲਿਆਉਂਦੀ ਕਿਰਿਆ ਕਰਦੀ ਹੈ। ਮ੍ਰਿਤ ਪੇ ਧਨੰਜੈ ਰਹੇ ਇਹੀ 10 ਪ੍ਰਾਨ ਸੋ। ਮ੍ਰਿਤੂ ਮਰ ਜਾਣ ਦੇ ਬਾਅਦ ਵੀ ਧਨੰਜੇ ਪਾਉਣ ਰਹਿੰਦੀ ਹੈ। ਜਦੋਂ ਮਨੁੱਖ ਮਰ ਜਾਂਦਾ ਤੇ ਉਹ ਸਰੀਰ ਸੜਦਾ ਹੁੰਦਾ ਨਾ, ਤੇ ਉਹ ਅੰਤਮ ਸੰਸਕਾਰ ਦੀ ਕਿਰਿਆ ਵੇਲੇ ਵੇਖਿਆ ਜਾਂਦਾ ਜਿਹੜੀ ਸਿਰ ਦੀ ਟੋਟਰ ਜੀ ਹੈ ਉਹਦੇ ਵਿੱਚੋਂ ਸੂੰ ਸੂੰ ਦੀ ਆਵਾਜ਼ ਆਉਂਦੀ, ਉਹ ਧਨੰਜੇ ਪਾਉਣ ਹੁੰਦੀ ਜਿਹੜੀ ਮਰੇ ਤੋਂ ਬਾਅਦ ਵੀ ਰਹਿੰਦੀ ਹੈ ਮਨੁੱਖ ਵਿੱਚ। ਉਹ ਮ੍ਰਿਤ ਮਰ ਗਈ, ਜਦੋਂ ਮਰ ਜਾਂਦਾ ਪੁਰਸ਼ ਮਰੇ ਤੋਂ ਬਾਅਦ ਵੀ ਜਿਹੜੀ ਸਰੀਰ ਵਿੱਚ ਧਨੰਜੇ ਪਾਉਣ ਰਹਿੰਦੀ ਹੈ। ਇਹੀ 10 ਪ੍ਰਾਣ ਹੈ ਜੋ ਦੱਸੇ ਤੈਨੂੰ ਕਿੱਥੇ ਇਹਨਾਂ ਦਾ ਨਿਵਾਸ ਹੈ। ਨਿਜਰ ਚੁਆਏ ਧਰ ਤਾਹੀਂ ਤੇ ਅਗਾਏ ਰਹੈ। ਫਿਰ ਜਿਹੜਾ ਯੋਗ ਅਭਿਆਸੀ ਹੁੰਦਾ ਹੈ ਉਹ ਜਿਹੜਾ ਮਿੱਠੀ ਕਫ ਦੀ ਇੱਕ ਰਸ ਦਸਮ ਦਵਾਰ ਸਵਾਸਤਾ ਚਾੜ ਕੇ ਤੇ ਨਿੱਜਰ ਜਿਹੜੀ ਇੱਕ ਰਸ ਕਫ ਦੀ ਧਾਰ ਚਵਾਉਂਦਾ ਹੈ ਉਸ ਨੂੰ ਛਕ ਕੇ ਰੱਜਿਆ ਰਹਿੰਦਾ ਯੋਗਾ ਅਭਿਆਸੀ। ਕਹੋ ਅਬ ਪੰਚ ਤਤ ਸੁਣੀਏ ਸੋ ਜਾਨ ਸੋ। ਹੁਣ ਕਹਿੰਦੇ ਅਸੀਂ ਪੰਜ ਤੱਤਾਂ ਬਾਰੇ ਕਹਿੰਦੇ ਹਾਂ। ਇਹ ਸੁਗੜ ਸਜਾਣ ਧਿਆਨ ਦੇ ਨਾਲ ਸੁਣੀਏ। ਖੰਗ ਪੌਨ ਬਨ ਪਾਣੀ ਛੋਨੀ ਪੰਜ ਤਤ। ਕਹੀਏ ਆਕਾਸ਼, ਪੌਣ ਹਵਾ, ਬਨ ਅਗਨੀ, ਪਾਣੀ, ਛੋਨੀ, ਧਰਤੀ, ਇਹ 5 ਤੱਤ ਹਨ। ਗੁਣ ਸ਼ਬਦ ਸਪਰਸ਼ ਰੂਪ ਰਸ ਗੰਧ ਮਾਨ ਸੋ। ਤੇ ਜਿਹੜਾ ਆਕਾਸ਼ ਹੈ ਇਹਨਾਂ ਦੇ ਹੁਣ ਗੁਣ ਕਿਹੜੇ ਹੈ ਵੀ ਆਕਾਸ਼ ਦਾ ਗੁਣ ਹੈ ਸ਼ਬਦ, ਪੌਣ ਹਵਾ ਦਾ ਗੁਣ ਹੈ ਸਪਰਸ਼, ਅਗਨੀ ਦਾ ਜਿਹੜਾ ਗੁਣ ਹੈ ਰੂਪ, ਪਾਣੀ ਦਾ ਹੈ ਗੁਣ ਰਸ, ਛੋਨੀ ਧਰਤੀ ਦਾ ਹੈ ਗੰਧ। ਮੰਨ ਲਓ ਨਭ ਕਾਨ ਪੌਣ ਤੋ ਚਪਾਵਕ ਕੀ ਨੈਨ ਜਾਨ। ਫਿਰ 5 ਤੱਤਾਂ ਤੋਂ ਕਿਹੜੇ ਕਿਹੜੇ ਗਿਆਨ ਇੰਦਰੇ ਬਣੇ। ਸ਼ੁੱਧ ਸਤੋ ਅੰਸ਼ ਤੋਂ। ਆਕਾਸ਼ ਤੱਤ ਤੋਂ ਗਿਆਨ ਇੰਦਰਾ ਹੈ ਕੰਨ, ਪੌਣ ਹਵਾ ਤੋਂ ਗਿਆਨ ਇੰਦਰਾ ਹੈ ਤੁਚਾ ਚਮੜੀ, ਪਾਵਕ ਅਗਨੀ ਤੋਂ ਹੈ ਗਿਆਨ ਇੰਦਰਾ ਨੈਣ ਨਿਤਰ ਜਾਨ। ਜੀਹ ਪਾਣੀ ਘਰਾਨ ਛਿਤ ਪੰਚਾ ਇੰਦਰੀ ਗਿਆਨ ਸੋ। ਤੇ ਜੀਹ ਜਿਹੜੀ ਜ਼ੁਬਾਨ ਹੈ, ਜ਼ੁਬਾਨ ਇਹ ਜ਼ੁਬਾਨ ਜਿਹੜੀ ਹੈ
ਇਹ ਪਾਣੀ ਤੱਤ ਜਿਹੜਾ ਉਹ ਤੋਂ ਜ਼ਬਾਨ ਗਿਆਨ ਇੰਦਰਾ ਬਣਿਆ ਹੈ, ਅਤੇ ਧਰਤੀ ਤੋਂ ਨੱਕ ਗਿਆਨ ਇੰਦਰਾ ਬਣਿਆ ਹੈ। ਇਵੇਂ ਪੰਜੇ ਇੰਦਰੀਆਂ ਜਿਹੜੀਆਂ ਗਿਆਨ ਹੈ, ਪੰਜ ਗਿਆਨ ਇੰਦਰੀਆਂ ਜਿਹੜੇ ਪੰਜ ਤੱਤਾਂ ਦੇ ਸ਼ੁੱਧ ਸਤੋ ਗੁਣ ਤੋਂ ਬਣੀਆਂ ਹੈ, ਸ਼ੁੱਧ ਸਤੋ ਅੰਸ਼ ਤੋਂ। ਇਵੇਂ ਜਿਹੜਾ ਸਤਿਗੁਰੂ ਮਹਾਰਾਜ ਲੋਹਾ ਰੀਪਾਂ ਨੂੰ ਉਪਦੇਸ਼ ਦੇ ਰਹੇ ਹੈ, ਜਿਵੇਂ ਉਸਨੇ ਹੰਕਾਰ ਨਾਲ ਮਹਾਰਾਜ ਜੀ ਨੂੰ ਪੁੱਛਿਆ ਵੀ ਇਹਨਾਂ ਨੂੰ ਪਤਾ ਨਹੀਂ ਕੁਝ ਆਉਂਦਾ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਇਸ ਜਿਹੜੀ ਹੈ ਲੋਹਾ ਰੀਪਾ ਦੀ ਚੰਗੀ ਤਸੱਲੀ ਮਹਾਰਾਜ ਕਰਾਉਣਗੇ। ਅੱਗੇ ਜਾ ਕੇ ਵੀ ਇੱਕ ਇੱਕ ਤੱਤ ਦੀਆਂ ਪੰਜ ਪੰਜ ਪ੍ਰਕਿਰਤੀਆਂ ਹੋਈਆਂ, ਉਹ ਪੰਜ ਪ੍ਰਕਿਰਤੀਆਂ ਵਿੱਚ ਕੀ ਕੀ ਆਉਂਦਾ ਹੈ ਸਤਿਗੁਰੂ ਮਹਾਰਾਜ ਸਾਰਾ ਹੀ ਜਿਹੜਾ ਦੱਸਣਗੇ। ਅਤੇ ਇਹ ਸਿੱਧਾ ਨਾਥਾਂ ਨੂੰ ਮਹਾਰਾਜ ਨਿਰੁੱਤਰ ਕਰਨਗੇ। ਫਿਰ ਜਿਵੇਂ ਨਿਰੁੱਤਰ ਹੋ ਕੇ ਮਹਾਰਾਜ ਸ਼ਰਨੀ ਪੈਣਗੇ, ਉਹ ਵੀ ਪ੍ਰਸੰਗ ਅੱਗੇ ਆ ਜਾਏਗਾ। ਹੁਣ ਆਪਾਂ ਇੱਥੇ ਹੀ ਜਿਹੜਾ ਹੈ ਪ੍ਰਸੰਗ ਦੀ ਸਮਾਪਤੀ ਕਰੀਏ। ਗੁਰੂ ਮਹਾਰਾਜ ਜੀ ਕਥਾ ਵਿਚਾਰ ਕਰਦੇ ਸਮੇਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਬਖਸ਼ ਲੈਣਾ ਜੀ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਗੁਰੂ ਮਹਾਰਾਜ ਬਖਸ਼ਣਹਾਰ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ। ਨਭ ਕਾਨ ਪੌਣ ਤੁਚਾ ਪਾਵਕ ਕੀ ਨੈਨ ਜਾਨ, ਜੀਹਾ ਪਾਨੀ ਘਰਾਨ ਛਿਤ ਪੰਚਾ ਇੰਦਰੀ ਗਿਆਨ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।